ਸਤਿ ਸ਼੍ਰੀ ਅਕਾਲ ਜੀ। ਅਵਨੀਤ ਦੀ ਸੱਸ ਨੂੰ ਮਰੇ ਅਜੇ 10 ਦਿਨ ਵੀ ਨਹੀਂ ਹੋਏ ਸੀ ਕਿ ਅਵਨੀਤ ਆਏ ਦਿਨ ਆਪਣੀਆਂ ਸਹੇਲੀਆਂ ਨਾਲ ਅਤੇ ਮਾਂ ਨਾਲ ਮਿਲ ਕੇ ਪਾਰਟੀ ਕਰਦੀ। ਅੱਜ ਵੀ ਲੇਟ ਨਾਈਟ ਤੱਕ ਖਾਣ ਪੀਣ ਦੀ ਪਾਰਟੀ ਚੱਲਦੀ ਰਹੀ। ਫਿਰ ਸਾਰੀਆਂ ਸਹੇਲੀਆਂ ਦੇ ਚਲੇ ਜਾਣ ਤੋਂ ਬਾਅਦ ਅਵਨੀਤ ਨੇ ਆਪਣੀ ਮੰਮੀ ਨੂੰ ਕਿਹਾ, ਮੰਮੀ ਤੁਸੀਂ ਇੱਥੇ ਹਾਲ ਵਿੱਚ ਹੀ ਸੌਂ ਜਾਓ। ਪਰਮਜੀਤ ਕੌਰ ਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ। ਉਹ ਹਾਲ ਵਿੱਚ ਨਾ ਸੁੱਤੀ। ਜੋ ਕਮਰਾ ਅਵਨੀਤ ਦੀ ਮਰੀ ਹੋਈ ਸੱਸ ਦਾ ਸੀ, ਉਸ ਹਨੇਰੇ ਕਮਰੇ ਵਿੱਚ ਉਹ ਸੌਂ ਗਈ। ਅੱਧੀ ਰਾਤ ਨੂੰ ਪਰਮਜੀਤ ਕੌਰ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਉਸਦਾ ਮੰਜਾ ਕੋਈ ਹਿਲਾ ਰਿਹਾ ਹੋਵੇ। ਫਿਰ ਉਸਨੇ ਸੋਚਿਆ ਕਿ ਸ਼ਾਇਦ ਮੇਰਾ ਹੀ ਵਹਿਮ ਹੈ। ਫਿਰ ਕੁਝ ਦੇਰ ਬਾਅਦ ਉਸਨੂੰ ਅਜਿਹਾ ਲੱਗਿਆ ਕਿ ਜਿਵੇਂ ਉਸਦਾ ਮੰਜਾ ਉੱਪਰ ਨੂੰ ਹਵਾ ਵਿੱਚ ਉੱਠ ਰਿਹਾ ਹੈ। ਫਿਰ ਉਸਨੇ ਉੱਚੀ ਆਵਾਜ਼ ਵਿੱਚ ਚੀਕ ਮਾਰੀ। ਉਹ ਘਬਰਾ ਕੇ ਉੱਠ ਕੇ ਬੈਠ ਗਈ। ਕਮਰੇ ਵਿੱਚ ਜਦੋਂ ਕੋਈ ਨਹੀਂ ਸੀ, ਪਰ ਉਸ ਦਾ ਮੰਜਾ ਕੌਣ ਉਠਾ ਰਿਹਾ ਹੈ, ਇਹ ਡਰ ਉਸਦੇ ਚਿਹਰੇ ਤੇ ਸਾਫ਼ ਨਜ਼ਰ ਆ ਰਿਹਾ ਸੀ। ਉਹ ਪਾਗਲਾਂ ਦੀ ਤਰ੍ਹਾਂ ਰੌਲਾ ਪਾਉਣ ਲੱਗੀ ਤਾਂ ਉਦੋਂ ਹੀ ਉਸਦੀ ਆਵਾਜ਼ ਅਵਨੀਤ ਨੇ ਸੁਣੀ, ਜੋ ਰਸੋਈ ਵਿੱਚੋਂ ਪਾਣੀ ਪੀਣ ਲਈ ਆਈ ਸੀ। ਮੰਮੀ ਕੀ ਹੋਇਆ? ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਹਾਲ ਵਿੱਚ ਸੌਂ ਜਾਇਓ। ਕੀ ਤੁਸੀਂ ਡਰ ਗਏ? ਨਹੀਂ ਬੇਟਾ, ਮੈਂ ਕਿਉਂ ਡਰਾਂਗੀ? ਮੈਂ ਕੋਈ ਡਰਪੋਕ ਥੋੜੀ ਨਾ ਹਾਂ। ਮੰਮੀ ਮੇਰੀ ਸੱਸ ਜਦੋਂ ਦੀ ਇਸ ਦੁਨੀਆ ਤੋਂ ਗਈ ਹੈ, ਮੈਂ ਸੱਚ ਦੱਸਾਂ ਉਸ ਦਿਨ ਤੋਂ ਬਾਅਦ ਅਸੀਂ ਇਸ ਕਮਰੇ ਵਿੱਚ ਕਦੇ ਵੀ ਨਹੀਂ ਗਏ। ਉਸਦੇ ਮਰਨ ਤੋਂ ਬਾਅਦ ਮੈਂ ਇਸ ਕਮਰੇ ਵਿੱਚ ਰਾਤ ਨੂੰ ਤਾਂ ਕੀ ਕਦੇ ਦਿਨ ਵਿੱਚ ਵੀ ਨਹੀਂ ਜਾ ਸਕਦੀ। ਅਸੀਂ ਨਾ ਜਾਣੇ ਕਿੰਨੇ ਪੂਜਾ ਪਾਠ ਕਰਵਾਏ ਹਨ, ਪਰ ਉਸ ਬੁੱਢੀ ਨੇ ਤਾਂ ਕੋਈ ਅਸਰ ਨਹੀਂ ਹੁੰਦਾ। ਉਹ ਤਾਂ ਜਿਉਂਦੇ ਜੀ ਵੀ ਸਤਾਉਂਦੀ ਸੀ ਤੇ ਹੁਣ ਮਰ ਕੇ ਵੀ ਚੈਨ ਨਹੀਂ। ਪਰਮਜੀਤ ਕੌਰ ਨੇ ਕਿਹਾ, ਉਹ ਪਾਪਣ ਬੁੜੀ ਸੀ, ਇਸ ਲਈ ਹੀ ਤਾਂ ਉਹ ਮਰਨ ਤੋਂ ਬਾਅਦ ਵੀ ਭਟਕ ਰਹੀ ਹੈ, ਨਹੀਂ ਤਾਂ ਹੁਣ ਤੱਕ ਉਹ ਮੁਕਤ ਨਾ ਹੋ ਜਾਂਦੀ। ਪਰਮਜੀਤ ਕੌਰ ਨੇ ਕਿਹਾ, ਅੱਛਾ, ਮੈਂ ਇੱਕ ਤਾਂਤਰਿਕ ਨੂੰ ਜਾਣਦੀ ਹਾਂ ਜੋ ਅਜਿਹੇ ਭੂਤਾਂ ਭਜਾਉਣ ਵਿੱਚ ਬਹੁਤ ਪਹੁੰਚਿਆ ਹੋਇਆ ਹੈ। ਤੇਰੀ ਸੱਸ ਜਿੰਨੀ ਵੀ ਪਾਪਣ ਹੋਵੇ, ਪਰ ਤੂੰ ਦੇਖਣਾ ਉਸਦੇ ਸਾਹਮਣੇ ਉਹ ਪਾਣੀ ਭਰਦੀ ਨਜ਼ਰ ਆਵੇਗੀ। ਮੇਰੇ ਨਾਲ ਕੱਲ ਨੂੰ ਤੂੰ ਉਸ ਤਾਂਤਰਿਕ ਦੇ ਕੋਲ ਚਲੀ ਜਾਈਂ। ਤਾਂ ਅਵਨੀਤ ਨੇ ਕਿਹਾ, ਠੀਕ ਹੈ ਮੰਮੀ, ਮੈਂ ਕੱਲ ਚੱਲਾਂਗੀ, ਪਰ ਹੁਣ ਤੁਸੀਂ ਜਾ ਕੇ ਹਾਲ ਵਿੱਚ ਸੌਂ ਜਾਓ। ਉਸ ਕਮਰੇ ਵਿੱਚ ਸੌਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹ ਫਿਰ ਤੋਂ ਤੇਰੇ ਤੇ ਹਮਲਾ ਨਾ ਕਰ ਦੇਵੇ। ਪਰਮਜੀਤ ਕੌਰ ਨੇ ਕਿਹਾ, ਮੇਰਾ ਕੀ ਵਿਗਾੜ ਲਵੇਗੀ ਉਹ ਬੁੱਢੀ? ਕੀ ਤੈਨੂੰ ਯਾਦ ਨਹੀਂ ਮੈਂ ਪਹਿਲਾਂ ਕਿਵੇਂ ਉਸਨੂੰ ਨਾਨੀ ਯਾਦ ਕਰਵਾ ਦਿੱਤੀ ਸੀ? ਆਉਣ ਦੇ, ਉਸਨੂੰ ਮੈਂ ਦੇਖਦੀ ਹਾਂ। ਉਸਨੂੰ ਅਜਿਹਾ ਸਬਕ ਸਿਖਾਵਾਂਗੀ ਕਿ ਉਹ ਦੁਬਾਰਾ ਆਉਣ ਤੋਂ ਪਹਿਲਾਂ 10 ਵਾਰ ਸੋਚੂਗੀ ਅਤੇ ਕਿਸੇ ਨੂੰ ਵੀ ਡਰਾਉਣਾ ਹੀ ਭੁੱਲ ਜਾਵੇਗੀ। ਅਵਨੀਤ ਨੇ ਹੈਰਾਨ ਹੋ ਕੇ ਪੁੱਛਿਆ, ਇਸ ਦਾ ਕੀ ਮਤਲਬ ਮੰਮੀ? ਕੀ ਤੁਸੀਂ ਫਿਰ ਉਸੇ ਕਮਰੇ ਵਿੱਚ ਸੌਣ ਲਈ ਜਾ ਰਹੇ ਹੋ? ਨਹੀਂ ਨਹੀਂ, ਹੁਣ ਤਾਂ ਮੈਂ ਹਾਲ ਵਿੱਚ ਹੀ ਸੌਂ ਜਾਵਾਂਗੀ। ਉਸ ਬੁੱਢੀ ਦਾ ਕੀ ਪਤਾ ਦਰਵਾਜ਼ਾ ਬੰਦ ਕਰਕੇ ਮੇਰਾ ਗਲਾ ਹੀ ਘੁੱਟ ਦੇਵੇ। ਹਾਲ ਵਿੱਚ ਘੱਟ ਤੋਂ ਘੱਟ ਕੋਈ ਦਰਵਾਜ਼ਾ ਤਾਂ ਨਹੀਂ? ਪਰਮਜੀਤ ਕੌਰ ਨੇ ਏਦਾਂ ਕਿਹਾ ਤਾਂ ਜਾ ਕੇ ਅਵਨੀਤ ਨੇ ਸੁੱਖ ਦਾ ਸਾਹ ਲਿਆ। ਰਾਤ ਬਹੁਤ ਜ਼ਿਆਦਾ ਹੋ ਚੁੱਕੀ ਸੀ ਤਾਂ ਸਾਰੇ ਜਾ ਕੇ ਸੌਂ ਗਏ। ਅਗਲੀ ਸਵੇਰ ਪਰਮਜੀਤ ਕੌਰ ਜਿਵੇਂ ਹੀ ਨਹਾ ਕੇ ਆਈ ਤਾਂ ਅਵਨੀਤ ਨੇ ਉਸ ਤੋਂ ਪੁੱਛਿਆ, ਮੰਮੀ ਦੱਸੋ ਅੱਜ ਤੁਹਾਡੇ ਲਈ ਨਾਸ਼ਤੇ ਵਿੱਚ ਕੀ ਬਣਾਵਾਂ? ਜੋ ਤੁਸੀਂ ਕਹੋਗੇ ਮੈਂ ਉਹੀ ਬਣਾਵਾਂਗੀ। ਤਾਂ ਉਦੋਂ ਹੀ ਕਮਰੇ ਵਿੱਚੋਂ ਭਿਆਨਕ ਜਿਹੀ ਇੱਕ ਆਵਾਜ਼ ਬਾਹਰ ਆਈ, ਆਪਣੀ ਮਾਂ ਤੋਂ ਕੀ ਪੁੱਛ ਕੇ ਨਾਸ਼ਤਾ ਬਣਾ ਰਹੀ ਹੈ? ਇਸ ਨੂੰ ਵੀ ਉਹੀ ਦੇ ਬਈ ਰੋਟੀ ਅਤੇ ਲੂਣ ਜਿਵੇਂ ਮੈਨੂੰ ਦਿੰਦੀ ਸੀ। ਦੇਖ, ਡਾਈਨਿੰਗ ਟੇਬਲ ਤੇ ਰੋਟੀ ਅਤੇ ਨਮਕ ਰੱਖਿਆ ਹੋਇਆ ਹੈ, ਉਹ ਆਪਣੀ ਮਾਂ ਨੂੰ ਖਵਾ, ਨਹੀਂ ਤਾਂ ਮੈਂ ਤੈਨੂੰ ਬਹੁਤ ਮਾਰਾਂਗੀ। ਅਵਨੀਤ ਡਰਦੇ ਮਾਰੇ ਉਹ ਸੁੱਕੀ ਰੋਟੀ ਲੈ ਕੇ ਆਪਣੀ ਮਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਣ ਲੱਗੀ ਅਤੇ ਉਸਦੀ ਮਾਂ ਵੀ ਕੰਬਦੀ ਹੋਈ ਉਹ ਰੋਟੀਆਂ ਨੂੰ ਖਾ ਰਹੀ ਸੀ। ਇਹ ਜੋ ਕਮਰੇ ਵਿੱਚੋਂ ਆਵਾਜ਼ ਆ ਰਹੀ ਸੀ, ਇਹ ਅਵਨੀਤ ਦੀ ਮਰੀ ਹੋਈ ਸੱਸ ਦੀ ਸੀ। ਉਸ ਦੇ ਇਦਾਂ ਕਹਿੰਦੇ ਹੀ ਅਵਨੀਤ ਅਤੇ ਉਸ ਦੀ ਮਾਂ ਪਰਮਜੀਤ ਕੌਰ ਦੋਵੇਂ ਇੱਕ ਕੋਨੇ ਵਿੱਚ ਲੱਗ ਕੇ ਬੈਠ ਗਈਆਂ ਅਤੇ ਅਵਨੀਤ ਕਹਿਣ ਲੱਗੀ, ਮੰਮੀ ਜੀ ਤੁਸੀਂ ਪਹਿਲਾਂ ਤਾਂ ਸਿਰਫ ਰਾਤ ਨੂੰ ਹੀ ਆਉਂਦੇ ਸੀ, ਪਰ ਹੁਣ ਦਿਨ ਵਿੱਚ ਵੀ। ਅੱਜ ਤੁਸੀਂ ਆਪਣੇ ਕਮਰੇ ਵਿੱਚੋਂ ਬਾਹਰ ਕਿਵੇਂ ਆ ਗਏ? ਅਵਨੀਤ ਨੇ ਡਰਦੇ ਹੋਏ ਆਪਣੀ ਸੱਸ ਨੂੰ ਪੁੱਛਿਆ। ਦੇਖਿਆ ਮੰਮੀ, ਹੁਣ ਆਇਆ ਮੇਰੀ ਗੱਲ ਤੇ ਯਕੀਨ? ਮੰਮੀ ਜੀ ਮਰਨ ਤੋਂ ਬਾਅਦ ਵੀ ਇੱਥੇ ਹੀ ਹਨ। ਤਾਂ ਫਿਰ ਤੋਂ ਗੁੱਸੇ ਭਰੀ ਆਵਾਜ਼ ਆਈ, ਕੀ ਤੁਸੀਂ ਭੁੱਲ ਗਈਆਂ ਕਿਵੇਂ ਤੁਸੀਂ ਦੋਵਾਂ ਮਾਂ ਬੇਟੀ ਨੇ ਮਿਲ ਕੇ ਮੇਰੇ ਦਿਨ ਦਾ ਚੈਨ ਖੋਇਆ ਸੀ? ਹੁਣ ਮੇਰੀ ਵਾਰੀ ਹੈ ਅਤੇ ਮੇਰੇ ਕੋਲ ਹੁਣ 100 ਗੁਣਾ ਤਾਕਤ ਵੀ ਹੈ। ਮੈਂ ਤੁਹਾਡਾ ਦਿਨ ਰਾਤ ਦਾ ਸੁੱਖ ਚੈਨ ਨਾ ਖੋਹ ਲਿਆ ਤਾਂ ਮੇਰਾ ਨਾਂ ਵੀ ਬਚਨ ਕੌਰ ਨਹੀਂ। ਅਵਨੀਤ ਦੀ ਮਾਂ ਇਹ ਦੇਖ ਕੇ ਕੱਟੇ ਹੋਏ ਦਰਖਤ ਦੀ ਤਰ੍ਹਾਂ ਧਰਤੀ ਤੇ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਤੋਂ ਉੱਚੀ ਉੱਚੀ ਹੱਸਣ ਦੀ ਆਵਾਜ਼ ਆਈ, ਤੂੰ ਤਾਂ ਹੁਣੇ ਹੀ ਡਰ ਗਈ, ਹਾਲੇ ਤਾਂ ਤੂੰ ਮੈਨੂੰ ਸਬਕ ਸਿਖਾਉਣਾ ਸੀ। ਅਵਨੀਤ ਡਰਦੇ ਮਾਰੇ ਇੱਕ ਜਗ੍ਹਾ ਖੜੀ ਪਸੀਨੇ ਨਾਲ ਭਿੱਜ ਗਈ। ਕੁਝ ਦੇਰ ਸ਼ਾਂਤੀ ਬਣੀ ਰਹੀ ਤਾਂ ਜਾ ਕੇ ਉਹ ਆਪਣੀ ਮੰਮੀ ਕੋਲ ਆਈ ਅਤੇ ਆਪਣੀ ਮੰਮੀ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਮਾਰੇ ਤਾਂ ਜਾ ਕੇ ਉਸਨੂੰ ਹੋਸ਼ ਆਇਆ।
ਪਰ ਉਸ ਨੂੰ ਕੁਝ ਵੀ ਯਾਦ ਨਹੀਂ ਸੀ। ਪਰ ਅਵਨੀਤ ਨੂੰ ਇਹ ਸਭ ਸੁਣ ਕੇ ਜਿਵੇਂ ਲਕਵਾ ਮਾਰ ਗਿਆ ਹੋਵੇ। ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਉਸ ਨੂੰ ਆਪਣਾ ਸਾਰਾ ਅਤੀਤ ਯਾਦ ਆ ਗਿਆ। ਉਹ ਸਾਰੀਆਂ ਗੱਲਾਂ ਉਸ ਨੂੰ ਯਾਦ ਆਉਣ ਲੱਗੀਆਂ ਕਿ ਕਿਵੇਂ ਉਹ ਆਪਣੀ ਸੱਸ ਨੂੰ ਤੰਗ ਪਰੇਸ਼ਾਨ ਕਰਦੀ ਸੀ ਅਤੇ ਹੁਣ ਉਸ ਦਾ ਬਦਲਾ ਲੈਣ ਲਈ ਆਈ ਸੀ। ਅਵਨੀਤ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗੀ ਅਤੇ ਆਪਣੇ ਅਤੀਤ ਵਿੱਚ ਗਵਾਚ ਗਈ। ਸਾਰੇ ਬਚਨ ਕੌਰ ਨੂੰ ਉਸਦੇ ਬੇਟੇ ਆਕਾਸ਼ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਸਨ ਅਤੇ ਗਿਫਟ ਦੇ ਰਹੇ ਸਨ। ਬਚਨ ਕੌਰ ਇੱਕ ਵਿਧਵਾ ਔਰਤ ਸੀ ਅਤੇ ਆਪਣੇ ਪਤੀ ਨੂੰ ਕਈ ਸਾਲ ਪਹਿਲਾਂ ਇੱਕ ਰੋਡ ਐਕਸੀਡੈਂਟ ਵਿੱਚ ਗਵਾ ਚੁੱਕੀ ਸੀ। ਉਦੋਂ ਤੋਂ ਹੀ ਉਸਨੇ ਆਪਣੇ ਬੇਟੇ ਰਾਜਵੀਰ ਦੀ ਪਰਵਰਿਸ਼ ਇਕੱਲਿਆਂ ਹੀ ਕੀਤੀ ਸੀ। ਉਸ ਦੀ ਪੜ੍ਹਾਈ ਲਿਖਾਈ ਹੋਰ ਸਭ ਦਾ ਖਿਆਲ ਇਕੱਲੀ ਹੀ ਕਰਦੀ ਸੀ। ਫਿਰ ਰਾਜਵੀਰ ਵੱਡਾ ਹੋ ਕੇ ਫੌਜ ਵਿੱਚ ਚਲਾ ਗਿਆ ਸੀ। ਉਸ ਤੋਂ ਕੁਝ ਸਮੇਂ ਬਾਅਦ ਹੀ ਬਚਨ ਕੌਰ ਜੀ ਨੂੰ ਆਪਣੇ ਬੇਟੇ ਲਈ ਚੰਗਾ ਰਿਸ਼ਤਾ ਮਿਲ ਗਿਆ ਤਾਂ ਜਦੋਂ ਰਾਜਵੀਰ ਛੁੱਟੀ ਆਇਆ ਤਾਂ ਉਸ ਦਾ ਵਿਆਹ ਕਰ ਦਿੱਤਾ। ਰਾਜਵੀਰ ਆਪਣੇ ਕਬੀਲਦਾਰੀ ਦੇ ਕੰਮਾਂ ਵਿੱਚ ਰੁੱਝਿਆ ਹੋਣ ਕਾਰਨ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ ਅਤੇ ਉਸ ਦੀ ਪਤਨੀ ਅਵਨੀਤ ਅਤੇ ਉਸ ਦੀ ਮਾਂ ਬਚਨ ਕੌਰ ਘਰ ਵਿੱਚ ਹੀ ਰਹਿੰਦੀਆਂ ਸਨ। ਸ਼ੁਰੂ ਵਿੱਚ ਤਾਂ ਸਭ ਸਹੀ ਚੱਲ ਰਿਹਾ ਸੀ। ਫਿਰ ਹੌਲੀ-ਹੌਲੀ ਅਵਨੀਤ ਦਾ ਰਵੱਈਆ ਆਪਣੀ ਸੱਸ ਦੇ ਪ੍ਰਤੀ ਥੋੜਾ ਰੁੱਖਾ ਹੁੰਦਾ ਗਿਆ। ਉਸ ਨੂੰ ਦੇਰ ਰਾਤ ਤੱਕ ਪਾਰਟੀ ਕਰਨ ਦਾ ਬੜਾ ਮਜ਼ਾ ਆਉਂਦਾ ਸੀ। ਜੇਕਰ ਬਚਨ ਕੌਰ ਉਸ ਨੂੰ ਕੁਝ ਕਹਿੰਦੀ ਤਾਂ ਅੱਗੋਂ ਉਹ ਉਸ ਨੂੰ 100 ਗੱਲਾਂ ਸੁਣਾਉਂਦੀ ਅਤੇ ਅਸਲ ਵਿੱਚ ਉਸ ਨੂੰ ਹੁਣ ਆਪਣੀ ਸੱਸ ਬੁਰੀ ਲੱਗਣ ਲੱਗੀ। ਹੁਣ ਅਵਨੀਤ ਨੇ ਆਪਣੀ ਸੱਸ ਨੂੰ ਬਿਨਾਂ ਗੱਲ ਤੋਂ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਪਰ ਬਚਨ ਕੌਰ ਇਹ ਸਾਰੀਆਂ ਗੱਲਾਂ ਰਾਜਵੀਰ ਨੂੰ ਇਸ ਲਈ ਨਹੀਂ ਦੱਸਦੀ ਸੀ ਕਿਉਂਕਿ ਰਾਜਵੀਰ ਦੀ ਡਿਊਟੀ ਪਹਿਲਾਂ ਹੀ ਬਾਰਡਰ ਤੇ ਲੱਗੀ ਹੋਈ ਸੀ ਅਤੇ ਉਹ ਘਰ ਦੀਆਂ ਪਰੇਸ਼ਾਨੀਆਂ ਦੱਸ ਕੇ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਇਕੱਲੀ ਅਵਨੀਤ ਦਾ ਬੁਰਾ ਵਿਹਾਰ ਸਹਿੰਦੀ ਰਹੀ ਅਤੇ ਉਸ ਨੂੰ ਵੀ ਕੁਝ ਨਹੀਂ ਕਹਿੰਦੀ ਸੀ। ਪਰ ਅਵਨੀਤ ਇਸੇ ਹੀ ਗੱਲ ਦਾ ਫਾਇਦਾ ਉਠਾਉਂਦੀ। ਅਵਨੀਤ ਅਕਸਰ ਹੀ ਆਪਣੀ ਮਾਂ ਨੂੰ ਪਾਰਟੀ ਤੇ ਘਰ ਬੁਲਾ ਲੈਂਦੀ ਸੀ। ਫਿਰ ਦੋਵੇਂ ਮਿਲ ਕੇ ਬਚਨ ਕੌਰ ਨੂੰ ਖੂਬ ਪਰੇਸ਼ਾਨ ਕਰਦੀਆਂ ਸਨ। ਸਾਰਾ ਦਿਨ ਉਸ ਤੇ ਹੁਕਮ ਚਲਾਉਂਦੀਆਂ ਤੇ ਅਤਿਆਚਾਰ ਕਰਦੀਆਂ। ਇੱਕ ਦਿਨ ਅਵਨੀਤ ਨੇ ਪਰਮਜੀਤ ਨੂੰ ਕਿਹਾ ਕਿ ਮੰਮੀ ਜੀ ਅੱਜ ਤੁਸੀਂ ਖਾਣਾ ਨਾ ਬਣਾਉਣਾ, ਅੱਜ ਅਸੀਂ ਖਾਣਾ ਬਾਹਰ ਤੋਂ ਆਰਡਰ ਕੀਤਾ ਹੈ। ਪੀਜ਼ਾ, ਬਰਗਰ, ਕੜਾਈ ਪਨੀਰ ਅਤੇ ਮੰਮੀ ਤਾਂ ਉਹੀ ਖਾਵਾਂਗੇ। ਬਚਨ ਕੌਰ ਨੇ ਕਿਹਾ ਠੀਕ ਹੈ ਬਹੂ, ਤਾਂ ਫਿਰ ਮੈਂ ਆਪਣੇ ਲਈ ਖਿਚੜੀ ਬਣਾ ਲੈਂਦੀ ਹਾਂ। ਬਚਨ ਕੌਰ ਇਹ ਸੋਚਦੀ ਹੋਈ ਰਸੋਈ ਵਿੱਚ ਗਈ ਅਤੇ ਉਸਨੇ ਥੋੜੀ ਦਾਲ ਅਤੇ ਥੋੜੇ ਜਿਹੇ ਚੌਲ ਲਏ। ਉਸਨੂੰ ਕੁੱਕਰ ਵਿੱਚ ਪਾਉਣ ਲਈ ਤਿਆਰ ਕਰਨ ਲੱਗੀ ਤਾਂ ਉਦੋਂ ਹੀ ਪਿੱਛੋਂ ਦੀ ਅਵਨੀਤ ਨੇ ਆ ਕੇ ਕਿਹਾ ਕਿ ਮੰਮੀ ਜੀ ਇਹ ਕੀ ਕਰ ਰਹੇ ਹੋ? ਮੈਂ ਤੁਹਾਨੂੰ ਕਿਹਾ ਹੈ ਨਾ ਕਿ ਅੱਜ ਦਾ ਖਾਣਾ ਨਹੀਂ ਬਣੇਗਾ, ਕੀ ਤੁਹਾਨੂੰ ਸੁਣਾਈ ਨਹੀਂ ਦਿੰਦਾ? ਬਚਨ ਕੌਰ ਨੇ ਥੋੜਾ ਹੀ ਚਕਚਾਉਂਦੇ ਹੋਏ ਕਿਹਾ ਬਹੂ ਇਹ ਤਾਂ ਮੈਂ ਆਪਣੇ ਲਈ ਖਿਚੜੀ ਬਣਾ ਰਹੀ ਹਾਂ ਕਿਉਂਕਿ ਖਾਣਾ ਤੇਰੇ ਲਈ ਅਤੇ ਤੇਰੀ ਮੰਮੀ ਲਈ ਆ ਰਿਹਾ ਹੈ, ਮੇਰੇ ਲਈ ਤਾਂ ਨਹੀਂ ਆ ਰਿਹਾ। ਬਚਨ ਕੌਰ ਦੇ ਇਦਾਂ ਕਹਿੰਦੀ ਅਵਨੀਤ ਨੇ ਉਸ ਨੂੰ ਰਸੋਈ ਵਿੱਚੋਂ ਬਾਹਰ ਕੱਢ ਦਿੱਤਾ। ਵਾਣੀ ਬੁੱਢੀਏ, ਮਾਲਕਣ ਬਣਨ ਦਾ ਬੜਾ ਸ਼ੌਂਕ ਆ ਤੈਨੂੰ। ਇਸ ਘਰ ਵਿੱਚ ਉਹੀ ਹੁੰਦਾ ਹੈ ਜੋ ਮੈਂ ਕਹਿੰਦੀ ਹਾਂ। ਤੂੰ ਕੋਈ ਇਸ ਘਰ ਦੀ ਮਾਲਕਣ ਨਹੀਂ ਹੈ ਜੋ ਸਿਰਫ ਤੇਰੇ ਲਈ ਹੀ ਚੁੱਲ੍ਹਾ ਚੜੇਗਾ। ਫਾਲਤੂ ਦੀ ਗੈਸ ਨਹੀਂ ਹੈ ਇਸ ਘਰ ਵਿੱਚ ਅਤੇ ਤੇਰਾ ਬੇਟਾ ਤੇਰੇ ਲਈ ਇਸ ਫਾਲਤੂ ਦੇ ਖਰਚ ਲਈ ਬਾਰਡਰ ਤੇ ਨਹੀਂ ਲੜ ਰਿਹਾ। ਬਚਨ ਕੌਰ ਨੇ ਬਹੂ ਤੁਸੀਂ ਤਾਂ ਪੀਜ਼ਾ ਵਗੈਰਾ ਖਾ ਲਵੋਗੇ ਪਰ ਭੁੱਖ ਤਾਂ ਮੈਨੂੰ ਵੀ ਲੱਗੇਗੀ ਨਾ, ਕੁਝ ਬਣੂਗਾ ਨਹੀਂ ਤਾਂ ਮੈਂ ਕੀ ਖਾਵਾਂਗੀ? ਅਤੇ ਤੂੰ ਇਹ ਕੀ ਕਹਿ ਰਹੀ ਹੈ ਕਿ ਮੇਰਾ ਬੇਟਾ ਫਾਲਤੂ ਵਿੱਚ ਨਹੀਂ ਕਮਾਉਂਦਾ? ਉਹ ਆਪਣੇ ਘਰ ਪਰਿਵਾਰ ਲਈ ਹੀ ਤਾਂ ਕਮਾਉਂਦਾ ਹੈ। ਮੈਂ ਜਿੰਦਾ ਰਹਿਣ ਲਈ ਖਾਣਾ ਤਾਂ ਖਾਵਾਂਗੀ। ਬਚਨ ਕੌਰ ਨੇ ਕਿਹਾ ਤਾਂ ਅਵਨੀਤ ਨੇ ਉੱਚੀ ਆਵਾਜ਼ ਵਿੱਚ ਕਿਹਾ ਹਾਂ ਪਤਾ ਹੈ, ਤੂੰ ਨਹੀਂ ਖਾਵੇਂਗੀ ਤਾਂ ਤੈਨੂੰ ਨੀਂਦ ਕਿੱਥੇ ਆਵੇਗੀ? ਫਿਰ ਫ੍ਰਿਜ ਵਿੱਚ 2 ਦਿਨਾਂ ਦੀ ਬ੍ਰੈਡ ਪਈ ਹੈ ਅਤੇ 1 ਕਟੋਰੀ ਸਬਜ਼ੀ ਪਈ ਆ, ਮਿਲਾ ਕੇ ਖਾ ਲੈ। ਇਹ ਕਹਿ ਕੇ ਅਵਨੀਤ ਉੱਥੋਂ ਚਲੀ ਗਈ। ਪਰ ਵਿਚਾਰੀ ਬਚਨ ਕੌਰ ਹੋਰ ਕੀ ਕਰਦੀ, ਉਹੀ ਬੇਹਾ ਖਾਣਾ ਖਾ ਕੇ ਕੰਮ ਵਿੱਚ ਲੱਗ ਗਈ। ਬਾਹਰ ਤੋਂ ਜਦੋਂ ਪੀਜ਼ਾ ਬਰਗਰ ਆਇਆ ਤਾਂ ਦੋਵੇਂ ਮਾਂ ਤੇ ਬੇਟੀ ਸੋਫੇ ਤੇ ਬੈਠ ਕੇ ਬਚਨ ਕੌਰ ਨੂੰ ਜਲਾ ਕੇ ਖਾਣ ਲੱਗੀਆਂ। ਫਿਰ ਬਚਨ ਕੌਰ ਕੰਮ ਖਤਮ ਹੋਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਣ ਲਈ ਚਲੀ ਗਈ। ਕੁਝ ਘੰਟਿਆਂ ਬਾਅਦ ਅਵਨੀਤ ਦੀ ਮੰਮੀ ਬਚਨ ਕੌਰ ਨੂੰ ਆਵਾਜ਼ ਦਿੰਦੀ ਹੋਈ ਕਹਿਣ ਲੱਗੀ ਬਚਨੋ ਇੰਨੀ ਜਲਦੀ ਸੌਂ ਵੀ ਗਈ? ਅਜੇ ਘਰ ਦੀ ਮਾਲਕਣ ਤਾਂ ਜਾਗ ਰਹੀ ਹੈ। ਜਰਾ ਮੇਰੇ ਲਈ ਨਿੰਬੂ ਤੇ ਹਿੰਗ ਵਾਲਾ ਪਾਣੀ ਬਣਾ ਕੇ ਲੈ ਕੇ ਆਉਣਾ। ਬਦਹਜਮੀ ਜਿਹੀ ਮਹਿਸੂਸ ਹੋ ਰਹੀ ਆ ਮੈਨੂੰ। ਅਵਨੀਤ ਨੇ ਕਿਹਾ ਮੰਮੀ ਤੁਸੀਂ ਵੀ ਨਾ ਜੇ ਥੋੜਾ ਘੱਟ ਖਾ ਲੈਂਦੇ ਤਾਂ ਕੀ ਹੋ ਜਾਂਦਾ, ਪਰ ਤੁਸੀਂ ਤਾਂ ਇਦਾਂ ਖਾਂਦੇ ਹੋ ਜਿਵੇਂ ਬਾਅਦ ਵਿੱਚ ਮਿਲੇਗਾ ਹੀ ਨਹੀਂ। ਪਰਮਜੀਤ ਨੇ ਕਿਹਾ ਕਿ ਜੇਕਰ ਉਹ ਖਾਣਾ ਮੈਂ ਨਾ ਖਾਂਦੀ ਤਾਂ ਵੇਸਟ ਹੋ ਜਾਂਦਾ, ਤਾਂ ਤੂੰ ਤਾਂ ਉਹਨੂੰ ਸੁੱਟ ਹੀ ਦੇਣਾ ਸੀ। ਮੈਨੂੰ ਇਹ ਪਸੰਦ ਨਹੀਂ ਸੋ ਇਸ ਲਈ ਮੈਂ ਖਾ ਲਿਆ, ਬਸ ਉਹੀ ਥੋੜਾ ਜਿਹਾ ਜ਼ਿਆਦਾ ਹੋ ਗਿਆ। ਅਵਨੀਤ ਨੇ ਕਿਹਾ ਮੰਮੀ ਇਦਾਂ ਕਿੱਦਾਂ ਵੇਸਟ ਚਲਾ ਜਾਂਦਾ? ਮਾਂ ਜੀ ਸਾਡੇ ਖਾਣੇ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖ ਰਹੇ ਸਨ। ਥੋੜਾ ਜਿਹਾ ਦਇਆ ਕਰਕੇ ਉਸ ਨੂੰ ਵੀ ਦੇ ਦਿੰਦੇ। ਵੈਸੇ ਵੀ ਹੁਣ ਮਾਂ ਜੀ ਨੂੰ ਆਪਣੀ ਜੂਠ ਖਾਣ ਦੀ ਆਦਤ ਪੈ ਗਈ ਹੈ ਨਾ।
ਫਿਰ ਦੋਵੇਂ ਮਾਂ ਬੇਟੀ ਖਿਲਖਿਲਾ ਕੇ ਹੱਸਣ ਲੱਗੀਆਂ। ਉਦੋਂ ਤੱਕ ਬਚਨ ਕੌਰ ਨਿੰਬੂ ਹਿੰਗ ਵਾਲਾ ਪਾਣੀ ਲੈ ਕੇ ਉੱਥੇ ਆ ਗਈ। ਉਹ ਪਾਣੀ ਪੀ ਕੇ ਪਰਮਜੀਤ ਨੂੰ ਉਲਟੀ ਆ ਗਈ ਤਾਂ ਇਸ ਤੇ ਅਵਨੀਤ ਆਪਣੀ ਸੱਸ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਉਣ ਲੱਗੀ ਅਤੇ ਉਸ ਤੇ ਇਲਜ਼ਾਮ ਲਗਾਇਆ ਕਿ ਤੂੰ ਪਾਣੀ ਵਿੱਚ ਕੁਝ ਮਿਲਾ ਕੇ ਲੈ ਕੇ ਆਈ ਹੈ। ਬਚਨ ਕੌਰ ਨੇ ਕਿਹਾ, ਬੇਟਾ ਮੈਂ ਇਸ ਵਿੱਚ ਕੁਝ ਨਹੀਂ ਮਿਲਾਇਆ, ਮੈਂ ਤਾਂ ਸਿਰਫ ਇਸ ਵਿੱਚ ਨਿੰਬੂ ਅਤੇ ਹਿੰਗ ਹੀ ਮਿਲਾਈ ਆ। ਅਵਨੀਤ ਨੇ ਆਪਣੀ ਸੱਸ ਵੱਲ ਅੱਖਾਂ ਕੱਢ ਕੇ ਕਿਹਾ, ਬੁੜੀਏ ਇਹ ਸਭ ਤੇਰੀ ਵਜ੍ਹਾ ਨਾਲ ਹੋਇਆ ਹੈ। ਦੇਖੋ ਮੇਰੀ ਮਾਂ ਦਾ ਮਹਿੰਗਾ ਸੂਟ ਖਰਾਬ ਹੋ ਗਿਆ, ਹੁਣ ਇਸ ਉਲਟੀ ਨੂੰ ਤੂੰ ਹੀ ਸਾਫ਼ ਕਰ। ਫਿਰ ਅਵਨੀਤ ਨੇ ਆਪਣੀ ਮਾਂ ਦੀ ਕੀਤੀ ਹੋਈ ਉਲਟੀ ਆਪਣੀ ਸੱਸ ਤੋਂ ਸਾਫ਼ ਕਰਵਾਈ। ਸਮਾਂ ਲੰਘਦਾ ਗਿਆ ਤੇ ਰਣਵੀਰ ਨੇ ਸਾਰਿਆਂ ਨੂੰ ਆਪਣੇ ਆਉਣ ਦੀ ਖਬਰ ਦਿੱਤੀ। ਅਵਨੀਤ ਦੀ ਮਾਂ ਇਹ ਖਬਰ ਸੁਣ ਕੇ ਉੱਥੇ ਹੀ ਘਰ ਵਿੱਚ ਜੰਮ ਕੇ ਬੈਠ ਗਈ ਅਤੇ ਅਵਨੀਤ ਨੇ ਕਿਹਾ, ਮੰਮੀ ਜੀ ਇਹ ਅਗਲੇ ਹਫਤੇ ਹੀ ਆ ਰਹੇ ਹਨ। ਜੇਕਰ ਇਸ ਬੁੱਢੀ ਨੇ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਤਾਂ ਕੀ ਹੋਵੇਗਾ? ਰਣਵੀਰ ਤਾਂ ਮੈਨੂੰ ਘਰੋਂ ਹੀ ਕੱਢ ਦੇਵੇਗਾ, ਕਿਉਂਕਿ ਉਹ ਤਾਂ ਆਪਣੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਬਰਦਾਸ਼ਤ ਨਹੀਂ ਕਰ ਸਕਦਾ। ਤਾਂ ਅਵਨੀਤ ਦੀ ਮਾਂ ਨੇ ਕਿਹਾ, ਸੁਣ ਅਵਨੀਤ, ਜੇਕਰ ਇਸ ਨੇ ਦੱਸਣਾ ਹੁੰਦਾ ਤਾਂ ਹੁਣ ਤੱਕ ਦੱਸ ਚੁੱਕੀ ਹੁੰਦੀ, ਪਰ ਫਿਰ ਵੀ ਆਪਾਂ ਕੋਈ ਰਿਸਕ ਨਹੀਂ ਲੈ ਸਕਦੇ। ਜੇਕਰ ਇਸ ਨੇ ਸਭ ਕੁਝ ਤੇਰੇ ਪਤੀ ਨੂੰ ਦੱਸ ਦਿੱਤਾ ਤਾਂ ਸੋ ਇਸ ਤੋਂ ਪਹਿਲਾਂ ਆਪਾਂ ਨੂੰ ਕੁਝ ਕਰਨਾ ਪਵੇਗਾ। ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸਰੀ। ਆਪਾਂ ਇਸ ਦਾ ਹੀ ਕੁਝ ਕਰਦੇ ਹਾਂ। ਅਵਨੀਤ ਦੀ ਮੰਮੀ ਨੇ ਇਹ ਕਿਹਾ ਤਾਂ ਅਵਨੀਤ ਬੋਲੀ, ਆਪਾਂ ਨੂੰ ਕੀ ਕਰਨਾ ਪਵੇਗਾ ਮੰਮੀ? ਤਾਂ ਅਵਨੀਤ ਦੀ ਮੰਮੀ ਕਹਿਣ ਲੱਗੀ, ਸੁਣ ਅੱਜ ਤੋਂ ਹੀ ਇਸ ਨਾਲ ਕੁਝ ਦਿਨਾਂ ਤੱਕ ਚੰਗਾ ਵਰਤਾਅ ਕਰਨਾ ਸ਼ੁਰੂ ਕਰ ਦੇ। ਇਸ ਦਾ ਪੂਰਾ ਖਿਆਲ ਰੱਖ, ਇਸ ਤੋਂ ਘਰ ਦਾ ਕੋਈ ਵੀ ਕੰਮ ਨਾ ਕਰਵਾ ਤੇ ਫਿਰ ਇੱਕ ਦਿਨ ਇਸ ਦੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ 2 ਦਿਨਾਂ ਲਈ ਮੇਰੇ ਨਾਲ ਮੇਰੇ ਘਰ ਚੱਲ। ਇਹ ਖਾਣਾ ਖਾ ਕੇ ਇੱਥੇ ਪਈ ਰਹੇਗੀ ਅਤੇ ਆਪਾਂ ਫਿਰ ਇਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਬਾਰੇ ਨਾਟਕ ਕਰ ਦੇਵਾਂਗੇ। ਇਸ ਨਾਲ ਇਹ ਵੀ ਚਲੀ ਜਾਵੇਗੀ ਅਤੇ ਆਪਾਂ ਵੀ ਬਚ ਜਾਵਾਂਗੇ ਅਤੇ ਕਿਸੇ ਨੂੰ ਆਪਣੇ ਤੇ ਸ਼ੱਕ ਵੀ ਨਹੀਂ ਹੋਵੇਗਾ। ਅਵਨੀਤ ਨੇ ਕਿਹਾ, ਮੰਮੀ ਜੇਕਰ ਉਹਨਾਂ ਨੂੰ ਆਪਣੇ ਤੇ ਸ਼ੱਕ ਹੋ ਗਿਆ ਜਾਂ ਪਤਾ ਲੱਗ ਗਿਆ ਤਾਂ? ਅਵਨੀਤ ਦੀ ਮੰਮੀ ਇੱਕਦਮ ਬੋਲੀ, ਅਵਨੀਤ ਕੱਲ ਨੂੰ ਮੈਂ ਮਾਰਕੀਟ ਵਿੱਚੋਂ ਅਜਿਹੀ ਜੜੀ ਬੂਟੀ ਖਰੀਦ ਕੇ ਲਿਆਵਾਂਗੀ ਜਿਸ ਨੂੰ ਖਾਣ ਨਾਲ ਇਨਸਾਨ 5 ਮਿੰਟ ਬਾਅਦ ਮਰਦਾ ਹੈ ਅਤੇ ਉਸਦੇ ਮੂੰਹ ਵਿੱਚੋਂ ਕੋਈ ਝੱਗ ਵੀ ਨਹੀਂ ਨਿਕਲਦੀ, ਜਿਸ ਤੋਂ ਕਿਸੇ ਨੂੰ ਕੋਈ ਸ਼ੱਕ ਹੋਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਵੇਗੀ। ਜਦੋਂ ਪਰਮਜੀਤ ਨੇ ਇਹ ਸਾਰੀ ਗੱਲ ਅਵਨੀਤ ਨੂੰ ਸਮਝਾਈ ਤਾਂ ਅਵਨੀਤ ਨੇ ਕਿਹਾ, ਹਾਂ ਮੰਮੀ ਜੀ ਤੁਸੀਂ ਠੀਕ ਕਹਿ ਰਹੇ ਹੋ ਅਤੇ ਇਹ ਸਭ ਉਸੇ ਦਿਨ ਹੋਵੇਗਾ ਜਿਸ ਦਿਨ ਰਣਵੀਰ ਨੇ ਘਰ ਆਉਣਾ ਹੈ। ਉਸ ਤੋਂ ਬਾਅਦ ਹੀ ਬੇਟੀ ਦਾ ਵਿਹਾਰ ਬਚਨ ਕੌਰ ਦੇ ਲਈ ਬਹੁਤ ਹੀ ਬਦਲ ਗਿਆ ਸੀ ਅਤੇ ਬਚਨ ਕੌਰ ਸਮਝ ਰਹੀ ਸੀ ਕਿ ਇਹ ਸਭ ਰਣਵੀਰ ਦੀ ਆਉਣ ਦੀ ਖਬਰ ਕਾਰਨ ਹੋ ਰਿਹਾ ਹੈ। ਉਹ ਵੀ ਚੁੱਪਚਾਪ ਦੋਹਾਂ ਦਾ ਨਾਟਕ ਦੇਖ ਰਹੀ ਸੀ। ਇੱਕ ਦਿਨ ਅਵਨੀਤ ਆਪਣੀ ਸੱਸ ਨੂੰ ਕਹਿੰਦੀ ਹੈ, ਮੰਮੀ ਜੀ ਮੈਂ 2 ਟਾਈਮਾਂ ਦਾ ਖਾਣਾ ਬਣਾ ਕੇ ਰੱਖ ਦਿੱਤਾ ਹੈ, ਤੁਸੀਂ ਖਾ ਲੈਣਾ। ਮੈਂ ਮੰਮੀ ਨੂੰ ਛੱਡਣ ਲਈ ਜਾ ਰਹੀ ਹਾਂ। ਕੱਲ ਮੈਂ ਰਣਵੀਰ ਦੇ ਆਉਣ ਤੋਂ ਪਹਿਲਾਂ ਹੀ ਘਰ ਆ ਜਾਵਾਂਗੀ। ਇਸ ਤੋਂ ਬਾਅਦ ਉਹ ਦੋਵੇਂ ਮਾਂ ਬੇਟੀ ਆਪਣੀ ਯੋਜਨਾ ਦੇ ਅਨੁਸਾਰ ਬਚਨ ਕੌਰ ਦੇ ਖਾਣੇ ਵਿੱਚ ਉਹ ਖਤਰਨਾਕ ਜੁੜੀ ਬੂਟੀ ਮਿਲਾ ਕੇ ਚਲੀਆਂ ਗਈਆਂ। ਉਧਰ ਰਣਵੀਰ ਬਹੁਤ ਦਿਨਾਂ ਬਾਅਦ ਘਰ ਵਾਪਸ ਆ ਰਿਹਾ ਸੀ ਅਤੇ ਅੱਜ ਕਈ ਮਹੀਨਿਆਂ ਬਾਅਦ ਆਪਣੀ ਮਾਂ ਨੂੰ ਮਿਲਣ ਲਈ ਬਹੁਤ ਬੇਚੈਨ ਸੀ। ਉਸ ਨੇ ਇਸ ਖੁਸ਼ੀ ਵਿੱਚ ਆਪਣੀ ਮਾਂ ਲਈ ਨਾ ਜਾਣੇ ਕਿੰਨੇ ਮਹਿੰਗੇ ਤੋਹਫੇ ਅਤੇ ਹੋਰ ਸਮਾਨ ਖਰੀਦਿਆ। ਜਦੋਂ ਰਣਵੀਰ ਘਰ ਪਹੁੰਚਿਆ ਤਾਂ ਬਾਹਰ ਤੋਂ ਹੀ ਮਾਂ ਕਰਦਾ ਹੋਇਆ ਅੰਦਰ ਵੜਿਆ। ਰਣਵੀਰ ਆਵਾਜ਼ ਦਿੰਦੇ ਹੋਏ ਬੋਲਿਆ, ਮਾਂ ਕਿੱਥੇ ਹੋ? ਜਲਦੀ ਬਾਹਰ ਆਓ, ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ। ਅੱਜ ਤਾਂ ਕਮਾਲ ਹੀ ਹੋ ਗਿਆ। ਪਹਿਲਾਂ ਜਦੋਂ ਮੈਂ ਘਰ ਆਉਂਦਾ ਸੀ ਤਾਂ ਮਾਂ ਦਰਵਾਜ਼ੇ ਤੇ ਬੈਠ ਪਲਕਾਂ ਵਿਛਾ ਕੇ ਮੇਰੀ ਉਡੀਕ ਕਰਦੀ ਸੀ ਅਤੇ ਨਾ ਜਾਣੇ ਅੱਜ ਮਾਂ ਕਿੱਥੇ ਲੁਕੀ ਬੈਠੀ ਹੈ। ਅੱਜ ਆਵਾਜ਼ ਲਗਾਉਣ ਤੇ ਵੀ ਬਾਹਰ ਨਹੀਂ ਆ ਰਹੀ ਹੈ ਤੇ ਨਾ ਹੀ ਕੁਝ ਬੋਲ ਰਹੀ ਹੈ। ਅੱਛਾ ਮਾਂ, ਸੌਰੀ, ਮਾਫ ਕਰ ਦਿਓ, ਇਸ ਵਾਰ ਮੈਨੂੰ ਆਉਣ ਵਿੱਚ ਥੋੜੀ ਦੇਰ ਹੋ ਗਈ। ਅਗਲੀ ਵਾਰ ਤੋਂ ਜਲਦੀ ਛੁੱਟੀ ਲੈ ਕੇ ਆਵਾਂਗਾ। ਹੁਣ ਤੁਸੀਂ ਜਲਦੀ ਬਾਹਰ ਆ ਕੇ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ। ਸੋਫੇ ਤੇ ਬੈਠਾ ਰਣਵੀਰ ਆਪਣੀ ਮਾਂ ਨੂੰ ਲਗਾਤਾਰ ਆਵਾਜ਼ਾਂ ਦੇਈ ਜਾ ਰਿਹਾ ਸੀ। ਉਸ ਦੀ ਮਾਂ ਜਦੋਂ ਕਾਫੀ ਦੇਰ ਤੱਕ ਦਿਖਾਈ ਨਾ ਦਿੱਤੀ ਅਤੇ ਨਾ ਹੀ ਉਸ ਦੀ ਆਵਾਜ਼ ਆਈ ਤਾਂ ਰਣਵੀਰ ਦੀ ਧੜਕਣ ਤੇਜ਼ ਹੋਣ ਲੱਗੀ ਤੇ ਹੁਣ ਉਸ ਨੂੰ ਕੁਝ ਗਲਤ ਹੋਣ ਦਾ ਅੰਦੇਸ਼ਾ ਹੋਣ ਲੱਗਿਆ। ਉਹ ਦੌੜ ਕੇ ਆਪਣੀ ਮਾਂ ਦੇ ਕਮਰੇ ਵਿੱਚ ਆਇਆ ਤਾਂ ਮਾਂ ਨੂੰ ਜ਼ਮੀਨ ਤੇ ਬੇਸੁੱਧ ਡਿੱਗਿਆ ਦੇਖ ਉਸਦੇ ਹੋਸ਼ ਉੱਡ ਗਏ। ਉਸਨੇ ਆਪਣੀ ਮਾਂ ਨੂੰ ਦੋਵਾਂ ਹੱਥਾਂ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ ਪਰ ਉਸਦੀ ਮਾਂ ਨਾ ਉੱਠੀ। ਰਣਵੀਰ ਨੇ ਦੇਖਿਆ ਕਿ ਉਸਦੀ ਮਾਂ ਦਾ ਪੂਰਾ ਸਰੀਰ ਠੰਡਾ ਪੈ ਚੁੱਕਿਆ ਸੀ ਅਤੇ ਉਸਦੇ ਸਾਹ ਵੀ ਰੁਕ ਚੁੱਕੇ ਸਨ। ਰਣਵੀਰ ਆਪਣੀ ਮਾਂ ਲਈ ਦਹਾੜਾ ਮਾਰ ਕੇ ਰੋਣ ਲੱਗਿਆ ਕਿ ਉਦੋਂ ਹੀ ਪਿੱਛੇ ਅਵਨੀਤ ਅਤੇ ਉਸਦੀ ਮਾਂ ਘਰ ਦੇ ਅੰਦਰ ਆਉਂਦੀਆਂ ਦਿਸੀਆਂ ਤਾਂ ਰਣਵੀਰ ਰੋਂਦਾ ਹੋਇਆ ਉਹਨਾਂ ਨੂੰ ਕਹਿਣ ਲੱਗਿਆ, ਇਹ ਦੇਖ ਅਵਨੀਤ, ਮਾਂ ਆਪਾਂ ਨੂੰ ਛੱਡ ਕੇ ਚਲੀ ਗਈ। ਮੈਂ ਤਾਂ ਹੁਣੇ ਹੀ ਵਾਪਸ ਆਇਆ ਸੀ। ਮਾਂ ਨੂੰ ਬਹੁਤ ਆਵਾਜ਼ਾਂ ਵੀ ਦਿੱਤੀਆਂ ਪਰ ਮਾਂ ਨਹੀਂ ਬੋਲੀ। ਜਦੋਂ ਮੈਂ ਅੰਦਰ ਆ ਕੇ ਦੇਖਿਆ ਤਾਂ ਇਸ ਹਾਲਤ ਵਿੱਚ ਸੀ। ਰਣਵੀਰ ਨੇ ਰੋਂਦੇ ਵਿਲਕਦੇ ਹੋਏ ਅਵਨੀਤ ਨੂੰ ਸਭ ਦੱਸਿਆ ਤਾਂ ਅਵਨੀਤ ਵੀ ਹੈਰਾਨ ਹੋਣ ਦਾ ਨਾਟਕ ਕਰਦੇ ਹੋਏ ਬੋਲੀ, ਕੀ ਇਹ ਤੁਸੀਂ ਕੀ ਕਹਿ ਰਹੇ ਹੋ? ਪਰ ਰਣਵੀਰ, ਮੰਮੀ ਜੀ ਕੱਲ ਤੱਕ ਤਾਂ ਬਿਲਕੁਲ ਠੀਕ ਸੀ। ਇਹਨਾਂ ਕਹਿ ਕੇ ਆਪਣੀ ਰੋਣ ਦਾ ਨਾਟਕ ਕਰਨ ਲੱਗੀ।
ਮੰਮੀ ਜੀ ਤੁਸੀਂ ਸਾਨੂੰ ਇਦਾਂ ਇਕੱਲਿਆਂ ਨਹੀਂ ਛੱਡ ਕੇ ਨਹੀਂ ਜਾ ਸਕਦੇ। ਹੇ ਭਗਵਾਨ ਮੇਰੀ ਮੰਮੀ ਜੀ ਨੂੰ ਵਾਪਸ ਭੇਜ ਦਿਓ। ਮੈਂ ਭੰਡਾਰਾ ਕਰਾਉਂਗੀ। ਬਚਨ ਕੌਰ ਦਾ ਅੰਤਿਮ ਸੰਸਕਾਰ ਹੋ ਗਿਆ ਤਾਂ ਜਾ ਕੇ ਅਵਨੀਤ ਦਾ ਇਹ ਸਾਰਾ ਨਾਟਕ ਖਤਮ ਹੋਇਆ। ਰਣਵੀਰ ਆਪਣੀ ਮਾਂ ਦੇ ਚਲੇ ਜਾਣ ਦੇ ਗਮ ਵਿੱਚ ਅਕਸਰ ਉਦਾਸ ਰਹਿਣ ਲੱਗਿਆ। ਪਿਤਾ ਦਾ ਸਾਇਆ ਤਾਂ ਬਚਪਨ ਵਿੱਚ ਹੀ ਸਿਰ ਤੋਂ ਉੱਠ ਗਿਆ ਸੀ ਅਤੇ ਹੁਣ ਮਾਂ ਦੀ ਗੋਦ ਵੀ ਨਹੀਂ ਮਿਲੂਗੀ। ਪਰ ਇੱਧਰ ਮਾਂ ਬੇਟੀ ਘਰ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੀਆਂ ਤੇ ਪੂਰੇ ਮਜ਼ੇ ਕਰਦੀਆਂ। ਫਿਰ ਅਵਨੀਤ ਕੁਝ ਦਿਨਾਂ ਲਈ ਆਪਣੇ ਪੇਕੇ ਚਲੀ ਗਈ। ਰਣਵੀਰ ਅਜੇ ਘਰ ਹੀ ਸੀ ਅਤੇ ਅਵਨੀਤ ਵੀ ਬਹੁਤ ਖੁਸ਼ ਸੀ। ਉਹ ਸੋਚ ਰਹੀ ਸੀ ਕਿ ਰਣਵੀਰ ਜਿਵੇਂ ਹੀ ਆਪਣੇ ਕੰਮ ਤੇ ਵਾਪਸ ਜਾਵੇਗਾ ਉਦੋਂ ਹੀ ਉਹ ਆਪਣੀ ਮਾਂ ਨੂੰ ਆਪਣੇ ਕੋਲ ਬੁਲਾ ਲਵੇਗੀ ਅਤੇ ਉਸ ਨਾਲ ਘੁੰਮਣ ਜਾਇਆ ਕਰੇਗੀ। ਇੱਕ ਦਿਨ ਰਣਵੀਰ ਨੂੰ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ ਅਤੇ ਉਹ ਉੱਚੀ-ਉੱਚੀ ਅਵਨੀਤ ਨੂੰ ਆਵਾਜ਼ਾਂ ਦੇਣ ਲੱਗਿਆ। ਅਵਨੀਤ ਕੀ ਰਸੋਈ ਵਿੱਚ ਕੁੱਕਰ ਸੀਟੀ ਹੀ ਮਾਰਦਾ ਰਹੇਗਾ ਜਾਂ ਫਿਰ ਕੁਝ ਖਾਣ ਨੂੰ ਵੀ ਮਿਲੇਗਾ? ਮੈਂ ਕਦੋਂ ਦਾ ਭੁੱਖਾ ਬੈਠਾ ਹਾਂ। ਅਵਨੀਤ ਨੇ ਮਨ ਵਿੱਚ ਸੋਚਿਆ ਕਿ ਮੈਂ ਤਾਂ ਰਸੋਈ ਵਿੱਚ ਕੁੱਕਰ ਤੇ ਕੁਝ ਬਣਾਉਣ ਲਈ ਰੱਖਿਆ ਹੀ ਨਹੀਂ। ਇਸ ਲਈ ਰਸੋਈ ਵਿੱਚ ਗਈ ਤੇ ਦੇਖਿਆ ਸੱਚਮੁੱਚ ਕੁੱਕਰ ਵਿੱਚ ਚਾਵਲ ਪੱਕ ਰਹੇ ਸੀ। ਜਦੋਂ ਅਵਨੀਤ ਰਣਵੀਰ ਲਈ ਖਾਣਾ ਲੈ ਕੇ ਆਈ ਤਾਂ ਉਸਨੇ ਕਿਹਾ, ਵਾਹ ਅਵਨੀਤ, ਤੂੰ ਤਾਂ ਖਾਣਾ ਇੱਕਦਮ ਮਾਂ ਦੀ ਤਰ੍ਹਾਂ ਬਣਾਇਆ ਹੈ। ਅਵਨੀਤ ਚਿੰਤਿਤ ਸੀ। ਇਹ ਸਭ ਹੋਇਆ ਕਿਵੇਂ? ਆਪਣੇ ਕੰਮ ਵਿੱਚ ਜ਼ਿਆਦਾ ਬਿਜੀ ਹੋਣ ਕਾਰਨ ਉਸਨੇ ਨਜ਼ਰਅੰਦਾਜ਼ ਕੀਤਾ ਅਤੇ ਆਪਣੇ ਕੰਮਾਂ ਵਿੱਚ ਫਿਰ ਤੋਂ ਲੱਗ ਗਈ। ਇੱਕ ਦਿਨ ਅਵਨੀਤ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਿਹਾ ਕਿ ਮੰਮੀ ਜੀ, ਮੈਂ ਸੋਚ ਰਹੀ ਹਾਂ ਮਾਂ ਜੀ ਵਾਲੇ ਕਮਰੇ ਦੀ ਸਫਾਈ ਕਰਵਾ ਕੇ ਤੁਹਾਡੇ ਰਹਿਣ ਦਾ ਇੰਤਜ਼ਾਮ ਮੈਂ ਉੱਥੇ ਕਮਰੇ ਵਿੱਚ ਕਰਵਾ ਦੇਵਾਂ। ਹੁਣ ਤੁਸੀਂ ਉਸ ਕਮਰੇ ਵਿੱਚ ਆਰਾਮ ਨਾਲ ਰਹਿਣਾ। ਪਹਿਲਾਂ ਤਾਂ ਤੁਹਾਨੂੰ ਉਸ ਬੁੱਢੀ ਨਾਲ ਰਹਿਣਾ ਪੈਂਦਾ ਸੀ। ਪਰਮਜੀਤ ਨੇ ਕਿਹਾ, ਹਾਂ ਬੇਟਾ, ਹੁਣ ਤਾਂ ਮੈਂ ਉਸ ਕਮਰੇ ਵਿੱਚ ਆਰਾਮ ਨਾਲ ਰਹਾਂਗੀ। ਜਦੋਂ ਅਵਨੀਤ ਦੀ ਮਾਂ ਨੇ ਉੱਥੇ ਰਹਿਣ ਲਈ ਹਾਂ ਕਰ ਦਿੱਤੀ ਤਾਂ ਅਵਨੀਤ ਉਸ ਕਮਰੇ ਦੀ ਸਫਾਈ ਕਰਨ ਲਈ ਚਲੀ ਗਈ। ਸਭ ਤੋਂ ਪਹਿਲਾਂ ਉਸਨੇ ਅਲਮਾਰੀ ਦੀ ਸਫਾਈ ਕਰਨ ਬਾਰੇ ਸੋਚਿਆ। ਜਿਵੇਂ ਹੀ ਉਸਨੇ ਅਲਮਾਰੀ ਨੂੰ ਖੋਲ੍ਹਿਆ ਤਾਂ ਉੱਪਰੋਂ ਉਸ ਦੀ ਸੱਸ ਦੀ ਤਸਵੀਰ ਜ਼ਮੀਨ ਤੇ ਡਿੱਗੀ ਅਤੇ ਉਸ ਉੱਪਰ ਬਹੁਤ ਸਾਰਾ ਖੂਨ ਵਹਿ ਰਿਹਾ ਸੀ। ਇਹ ਦੇਖ ਕੇ ਅਵਨੀਤ ਦੇ ਹੋਸ਼ ਉੱਡ ਗਏ ਅਤੇ ਉਸਨੇ ਘਬਰਾ ਕੇ ਅਲਮਾਰੀ ਨੂੰ ਬੰਦ ਕਰ ਦਿੱਤਾ ਅਤੇ ਉਹ ਭੱਜ ਕੇ ਬਾਹਰ ਨਿਕਲਣ ਹੀ ਵਾਲੀ ਸੀ ਤੇ ਉਸਦੀ ਸੱਸ ਬਚਨ ਕੌਰ ਉਸਦੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ। ਆਪਣੀ ਸੱਸ ਨੂੰ ਦੇਖ ਕੇ ਅਵਨੀਤ ਦੇ ਸਾਹ ਰੁਕ ਗਏ ਅਤੇ ਉਸਦੇ ਹੱਥ ਪੈਰ ਕੰਬਣ ਲੱਗੇ ਤੇ ਫਿਰ ਉਹ ਜ਼ਮੀਨ ਤੇ ਡਿੱਗ ਪਈ। ਅਵਨੀਤ ਕੁਝ ਬੋਲਣਾ ਚਾਹ ਰਹੀ ਸੀ ਪਰ ਉਸਦੀ ਆਵਾਜ਼ ਗਲੇ ਵਿੱਚ ਹੀ ਅਟਕ ਜਾਂਦੀ ਹੈ। ਤਾਂ ਉਦੋਂ ਉਸਦੀ ਸੱਸ ਬਚਨ ਕੌਰ ਦੀ ਆਵਾਜ਼ ਆਈ, ਕੀ ਬਹੂ, ਤੂੰ ਕੀ ਸੋਚਿਆ ਸੀ ਕਿ ਮੈਨੂੰ ਮਾਰ ਕੇ ਤੂੰ ਮੇਰੇ ਤੋਂ ਹਮੇਸ਼ਾ ਲਈ ਪਿੱਛਾ ਛੁਡਾ ਲਵੇਂਗੀ? ਪਰ ਮੈਂ ਤੇਰਾ ਰੋਣਾ ਦੇਖ ਕੇ ਜਾ ਨਹੀਂ ਪਾਈ। ਤੂੰ ਰੋ ਰੋ ਕੇ ਭਗਵਾਨ ਤੋਂ ਮੈਨੂੰ ਵਾਪਸ ਜੋ ਮੰਗ ਰਹੀ ਸੀ, ਇਸ ਲਈ ਮੈਂ ਇੱਥੇ ਹੀ ਆ ਗਈ। ਬਸ ਮੇਰਾ ਸਰੀਰ ਗਿਆ ਹੈ, ਤੂੰ ਚਿੰਤਾ ਨਾ ਕਰ। ਮੈਂ ਤੈਨੂੰ ਹੁਣ ਕਦੇ ਵੀ ਇਕੱਲਿਆਂ ਨਹੀਂ ਛੱਡਾਂਗੀ ਅਤੇ ਮੈਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੀ। ਜਿਵੇਂ ਹੀ ਬਚਨ ਕੌਰ ਨੇ ਇਦਾਂ ਕਿਹਾ ਤਾਂ ਅਵਨੀਤ ਡਰ ਨਾਲ ਚੀਕੀ ਅਤੇ ਬੇਹੋਸ਼ ਹੋ ਗਈ। ਜਦੋਂ ਉਸਨੂੰ ਹੋਏ ਰਣਵੀਰ ਖੜਾ ਸੀ, ਉਹ ਘਬਰਾ ਕੇ ਉੱਠ ਕੇ ਬੈਠ ਗਈ ਅਤੇ ਰਣਵੀਰ ਨੂੰ ਕਿਹਾ, ਸੁਣੋ ਜੀ, ਮੰਮੀ ਜੀ ਕਿਤੇ ਵੀ ਨਹੀਂ ਗਏ ਅਤੇ ਉਹ ਆਤਮਾ ਦੇ ਰੂਪ ਵਿੱਚ ਆਪਣੇ ਕਮਰੇ ਵਿੱਚ ਹਨ। ਮੈਂ ਹੁਣੇ ਉਹਨਾਂ ਨੂੰ ਦੇਖਿਆ ਹੈ। ਰਣਵੀਰ ਨੇ ਹੈਰਾਨ ਹੁੰਦੇ ਹੋਏ ਆਖਿਆ, ਅਵਨੀਤ ਤੂੰ ਪਾਗਲ ਤਾਂ ਨਹੀਂ ਹੋ ਗਈ? ਇਹ ਕੀ ਕਹਿ ਰਹੀ ਹੈ? ਜੋ ਇੱਕ ਵਾਰ ਚਲਾ ਜਾਂਦਾ ਹੈ ਉਹ ਫਿਰ ਕਦੇ ਵਾਪਸ ਨਹੀਂ ਆਉਂਦਾ। ਅਤੇ ਫਿਰ ਮੈਂ ਤਾਂ ਮੰਮੀ ਜੀ ਦਾ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਹੈ, ਉਹ ਵਾਪਸ ਕਿਵੇਂ ਆ ਸਕਦੀ ਹੈ? ਤੈਨੂੰ ਵਹਿਮ ਹੋਇਆ ਹੈ। ਇਹ ਤੇਰਾ ਡਰ ਹੈ, ਹੋਰ ਕੁਝ ਵੀ ਨਹੀਂ। ਜਦੋਂ ਅਵਨੀਤ ਨੇ ਇਦਾਂ ਕਿਹਾ ਤਾਂ ਅਵਨੀਤ ਜ਼ੋਰ ਦੀ ਬੋਲੀ, ਰਣਵੀਰ ਇਹ ਸੱਚ ਹੈ, ਕੋਈ ਵਹਿਮ ਨਹੀਂ ਹੈ। ਤੂੰ ਮੰਮੀ ਦੇ ਕਮਰੇ ਵਿੱਚ ਜਾ ਕੇ ਦੇਖ, ਤੈਨੂੰ ਮੰਮੀ ਜੀ ਦੀ ਤਸਵੀਰ ਤੇ ਖੂਨ ਲੱਗਿਆ ਹੋਇਆ ਮਿਲੇਗਾ। ਅਵਨੀਤ ਨੇ ਅਜਿਹਾ ਕਿਹਾ ਤਾਂ ਰਣਵੀਰ ਅੰਦਰ ਗਿਆ ਤੇ ਆਪਣੀ ਮੰਮੀ ਦੀ ਤਸਵੀਰ ਚੁੱਕੀ ਪਰ ਉਸ ਉੱਪਰ ਕੋਈ ਵੀ ਖੂਨ ਦਾ ਦਾਗ ਨਹੀਂ ਸੀ। ਤਾਂ ਫਿਰ ਰਣਵੀਰ ਅਵਨੀਤ ਦਾ ਹੱਥ ਫੜ ਕੇ ਅੰਦਰ ਲੈ ਗਿਆ ਅਤੇ ਕਿਹਾ, ਅਵਨੀਤ ਮੈਂ ਤੈਨੂੰ ਕਿਹਾ ਸੀ ਨਾ ਤੈਨੂੰ ਵਹਿਮ ਹੋਇਆ ਹੈ, ਦੇਖ ਇੱਥੇ ਕੋਈ ਖੂਨ ਨਹੀਂ ਹੈ। ਪਰ ਅਵਨੀਤ ਖੂਨ ਕੀ ਦੇਖਦੀ, ਉਸਦੀਆਂ ਤਾਂ ਅੱਖਾਂ ਹੀ ਖੂਨ ਨਾਲ ਲਾਲ ਹੋ ਚੁੱਕੀਆਂ ਸਨ ਕਿਉਂਕਿ ਰਣਵੀਰ ਦੇ ਪਿੱਛੇ ਹੀ ਉਸਨੂੰ ਉਸਦੀ ਸੱਸ ਖੜੀ ਹੋਈ ਦਿਖਾਈ ਦੇ ਰਹੀ ਸੀ। ਡਰਦੀ ਹੋਈ ਉਹ ਚੀਕਾਂ ਮਾਰਦੀ ਹੋਈ ਕਮਰੇ ਵਿੱਚੋਂ ਬਾਹਰ ਆ ਗਈ। ਫਿਰ ਇਸ ਤੋਂ ਬਾਅਦ ਉਸਨੇ ਕਮਰੇ ਵਿੱਚ ਜਾਣਾ ਬੰਦ ਕਰ ਦਿੱਤਾ। ਉਸਨੇ ਤਾਂ ਕਿੰਨੇ ਹੀ ਪੂਜਾ ਪਾਠ ਵੀ ਕਰਵਾਏ ਪਰ ਉਸ ਨੂੰ ਬਚਨ ਕੌਰ ਦੇ ਉੱਥੇ ਹੋਣ ਦਾ ਅਹਿਸਾਸ ਹਮੇਸ਼ਾ ਹੁੰਦਾ ਰਹਿੰਦਾ। ਦੇਖਦੇ ਹੀ ਦੇਖਦੇ ਰਣਵੀਰ ਦੇ ਡਿਊਟੀ ਤੇ ਜਾਣ ਦਾ ਦਿਨ ਆ ਗਿਆ ਤਾਂ ਅਵਨੀਤ ਨੇ ਆਪਣੀ ਮੰਮੀ ਨੂੰ ਫੋਨ ਕਰਕੇ ਕਿਹਾ, ਮੰਮੀ ਹੁਣ ਤਾਂ ਇਹ ਵੀ ਜਾ ਰਹੇ ਹਨ ਅਤੇ ਇੱਧਰ ਇਹ ਮਰੀ ਹੋਈ ਬੁੱਢੀ ਮੈਨੂੰ ਪਰੇਸ਼ਾਨ ਕਰਦੀ ਹੈ। ਜੇਕਰ ਇਹ ਗੱਲ ਮੈਂ ਰਣਵੀਰ ਨੂੰ ਦੱਸਦੀ ਹਾਂ ਤਾਂ ਉਹ ਇਸ ਗੱਲ ਨੂੰ ਵਹਿਮ ਕਹਿੰਦੇ ਹਨ। ਇਹਨਾਂ ਨੂੰ ਕੁਝ ਨਹੀਂ ਦਿਸਦਾ ਪਰ ਮੈਨੂੰ ਦਿਸਦਾ ਹੈ, ਬਹੁਤ ਡਰ ਲੱਗਦਾ ਹੈ, ਇਸ ਲਈ ਤੁਸੀਂ ਆ ਜਾਓ। ਕਿਤੇ ਇਹ ਨਾ ਹੋਵੇ ਕਿ ਮੈਨੂੰ ਇਕੱਲਾ ਪਾ ਕੇ ਉਹ ਬੁੱਢੀ ਮੈਨੂੰ ਮਾਰ ਦੇਵੇ। ਇਸ ਤੋਂ ਚੰਗਾ ਤਾਂ ਇਹ ਬੁੱਢੀ ਜਿਉਂਦੀ ਹੀ ਰਹਿੰਦੀ। ਹੁਣ ਹਰ ਪਲ ਖੌਫ ਵਿੱਚ ਜ਼ਿੰਦਗੀ ਜਿਉਣੀ ਪੈ ਰਹੀ ਹੈ। ਅਵਨੀਤ ਦੀ ਮਾਂ ਨੇ ਕਿਹਾ, ਸੱਚ ਹੀ ਤਾਂ ਕਹਿ ਰਿਹਾ ਹੈ ਰਣਵੀਰ, ਇਹ ਤਾਂ ਸਭ ਤੇਰਾ ਭਰਮ ਹੈ। ਭਲਾ ਮਰਨ ਤੋਂ ਬਾਅਦ ਕੋਈ ਵਾਪਸ ਆਉਂਦਾ? ਨਾ ਜਾਣੇ ਉਹ ਕਿੱਥੇ ਚਲੀ ਗਈ ਹੋਵੇਗੀ। ਤੂੰ ਡਰ ਨਾ, ਠੀਕ ਹੈ, ਮੈਂ ਆਉਂਦੀ ਹਾਂ।
ਤੇ ਦੇਖਦੀ ਹਾਂ ਕਿ ਤੈਨੂੰ ਕੌਣ ਪਰੇਸ਼ਾਨ ਕਰਦਾ ਹੈ। ਆਪਾਂ ਰਲ ਕੇ ਪਾਰਟੀ ਕਰਾਂਗੇ, ਤੂੰ ਆਪਣੀਆਂ ਸਹੇਲੀਆਂ ਨੂੰ ਬੁਲਾ ਲੈਣਾ। ਅਵਨੀਤ ਦੀ ਮਾਂ ਨੇ ਇਦਾਂ ਕਿਹਾ ਤਾਂ ਜਾ ਕੇ ਅਵਨੀਤ ਨੂੰ ਸੁੱਖ ਦਾ ਸਾਹ ਆਇਆ। ਇਧਰ ਰਣਵੀਰ ਜਿਸ ਦਿਨ ਜਾਣ ਵਾਲਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਪਰਮਜੀਤ ਘਰ ਆ ਗਈ ਅਤੇ ਰਾਤ ਨੂੰ ਜਾ ਕੇ ਅਵਨੀਤ ਦੀ ਸੱਸ ਦੇ ਕਮਰੇ ਵਿੱਚ ਸੌਂ ਗਈ। ਤਾਂ ਅਚਾਨਕ ਰਾਤ ਨੂੰ ਉਸ ਦਾ ਮੰਜਾ ਹਿੱਲਣ ਲੱਗਿਆ ਅਤੇ ਉਹ ਡਰਦੀ ਮਾਰੀ ਚੀਕ ਪਈ ਅਤੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ। ਅਤੇ ਫਿਰ ਜਦੋਂ ਦੂਸਰੇ ਦਿਨ ਪਰਮਜੀਤ ਨੇ ਬਚਨ ਕੌਰ ਦੀ ਭਿਆਨਕ ਆਵਾਜ਼ ਸੁਣੀ ਤਾਂ ਉਸਦੇ ਹੋਸ਼ ਉੱਡ ਗਏ, ਹੱਥ ਪੈਰ ਕੰਮਣ ਲੱਗੇ। ਬਚਨ ਕੌਰ ਦੀ ਆਤਮਾ ਕਹਿਣ ਲੱਗੀ, ਅੱਜ ਤਾਂ ਰਣਵੀਰ ਚਲਾ ਗਿਆ ਹੈ, ਹੁਣ ਮੈਂ ਤੁਹਾਨੂੰ ਦੋਵਾਂ ਨੂੰ ਮਾਰ ਦੇਵਾਂਗੀ। ਪਰ ਮੈਨੂੰ ਇੱਕ ਗੱਲ ਦੀ ਹਾਲੇ ਤੱਕ ਸਮਝ ਨਹੀਂ ਆਈ। ਉਸ ਦਿਨ ਤਾਂ ਮੈਂ ਬੇਹੀ ਰੋਟੀ ਅਤੇ ਸਬਜ਼ੀ ਖਾਧੀ ਸੀ, ਉਹ ਖਾਣ ਤੋਂ ਬਾਅਦ ਹੀ ਮੈਨੂੰ ਕੁਝ ਹੋਣ ਲੱਗਿਆ ਤੇ ਮੇਰਾ ਸਾਹ ਘੁੱਟਣ ਲੱਗਿਆ ਸੀ। ਕੀ ਮਿਲਾਇਆ ਸੀ ਤੁਸੀਂ ਦੋਹਾਂ ਨੇ ਮੇਰੇ ਖਾਣੇ ਵਿੱਚ, ਜਿਸ ਨਾਲ ਮੇਰੀ ਮੌਤ ਹੋ ਗਈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ? ਹੁਣ ਤਾਂ ਇੱਥੇ ਰਣਵੀਰ ਵੀ ਨਹੀਂ ਹੈ, ਮੈਨੂੰ ਸੱਚ ਦੱਸੋ। ਬਚਨ ਕੌਰ ਨੇ ਪੁੱਛਿਆ ਤਾਂ ਅਵਨੀਤ ਨੇ ਕਿਹਾ, ਮਾਂ ਜੀ ਮੇਰੀ ਇਸ ਵਿੱਚ ਕੋਈ ਗਲਤੀ ਨਹੀਂ ਹੈ। ਮੈਨੂੰ ਤਾਂ ਮੇਰੀ ਮੰਮੀ ਨੇ ਤੁਹਾਡੇ ਖਾਣੇ ਵਿੱਚ ਜ਼ਹਿਰੀਲੀ ਜੜੀ ਬੂਟੀ ਮਿਲਾਉਣ ਦਾ ਆਈਡੀਆ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ ਖਾਣ ਤੋਂ ਬਾਅਦ ਮੂੰਹ ਵਿੱਚ ਝੱਗ ਵੀ ਨਹੀਂ ਆਵੇਗੀ ਅਤੇ ਹਰ ਕਿਸੇ ਨੂੰ ਤੁਹਾਡੀ ਮੌਤ ਨਾਰਮਲ ਲੱਗੇਗੀ। ਮਾਂ ਜੀ ਮੇਰਾ ਯਕੀਨ ਕਰੋ, ਮੈਂ ਤਾਂ ਮਨਾ ਵੀ ਕੀਤਾ ਸੀ, ਅਵਨੀਤ ਰੋਂਦੇ ਹੋਏ ਕਿਹਾ। ਪਰਮਜੀਤ ਗੁੱਸੇ ਵਿੱਚ ਬੋਲੀ, ਵਾਹ ਬੇਟੀ ਕੀ ਬੋਲ ਰਹੀ ਹੈ ਤੂੰ? ਹੁਣ ਜਦੋਂ ਸਾਹਮਣੇ ਤੇਰੀ ਸੱਸ ਭੂਤ ਬਣ ਕੇ ਖੜੀ ਹੈ ਤਾਂ ਤੂੰ ਸਾਰਾ ਇਲਜ਼ਾਮ ਮੰਮੀ ਤੇ ਲਗਾ ਦਿੱਤਾ। ਤੈਨੂੰ ਤਾਂ ਆਪਣੀ ਸੱਸ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ ਅਤੇ ਜਦੋਂ ਦੇਖੋ ਮੇਰੇ ਕੋਲ ਇਸ ਦੀ ਬੁਰਾਈ ਕਰਦੀ ਰਹਿੰਦੀ ਸੀ। ਇਸ ਲਈ ਹੀ ਤਾਂ ਰਣਵੀਰ ਦੇ ਜਾਣ ਪਿੱਛੋਂ ਆਪਣੀ ਸੱਸ ਤੇ ਜ਼ੁਲਮ ਢਾਉਂਦੀ ਸੀ ਅਤੇ ਅਤਿਆਚਾਰ ਕਰਦੀ ਸੀ ਅਤੇ ਹੁਣ ਸਾਰਾ ਇਲਜ਼ਾਮ ਮੇਰੇ ਤੇ ਪਾ ਦਿੱਤਾ। ਵਾਹ ਬੇਟਾ, ਜਦੋਂ ਹੁਣ ਜਾਨ ਤੇ ਬਣੀ ਤਾਂ ਮੈਨੂੰ ਅੱਗੇ ਕਰ ਦਿੱਤਾ। ਇਹੋ ਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਪਰਮਜੀਤ ਨੇ ਆਪਣੀ ਬੇਟੀ ਅਵਨੀਤ ਨੂੰ ਭੜਕਦੇ ਹੋਏ ਕਿਹਾ ਅਤੇ ਦੋਹਾਂ ਮਾਂ ਬੇਟੀ ਦੀ ਤੂੰ ਮੈਂ ਸੁਣ ਕੇ ਰਣਵੀਰ ਵੀ ਅੰਦਰ ਆ ਗਿਆ ਅਤੇ ਉਸ ਨੂੰ ਸਾਹਮਣੇ ਦੇਖ ਕੇ ਅਵਨੀਤ ਚੁੱਪ ਹੋ ਜਾਂਦੀ ਹੈ ਅਤੇ ਉਸ ਵੱਲ ਹੈਰਾਨੀ ਨਾਲ ਦੇਖਦੀ ਹੈ। ਰਣਵੀਰ ਨੇ ਕਿਹਾ, ਹੁਣ ਕਿਉਂ ਦੋਵੇਂ ਚੁੱਪ ਹੋ ਗਈਆਂ? ਹੁਣ ਜਦੋਂ ਤੁਸੀਂ ਦੋਵਾਂ ਨੇ ਇੰਨਾ ਕੁਝ ਦੱਸ ਹੀ ਦਿੱਤਾ ਤਾਂ ਇਹ ਵੀ ਦੱਸ ਦਿਓ ਕਿ ਤੁਸੀਂ ਮੇਰੀ ਮਾਂ ਤੇ ਹੋਰ ਕੀ ਕੀ ਅਤਿਆਚਾਰ ਕੀਤੇ ਹਨ। ਹੁਣ ਤਾਂ ਤੁਸੀਂ ਦੋਵਾਂ ਨੇ ਮੇਰੀ ਮਾਂ ਨੂੰ ਕਿਵੇਂ ਮਾਰਿਆ ਇਹ ਕਬੂਲ ਕਰ ਹੀ ਲਿਆ ਹੈ ਅਤੇ ਇਹ ਸਭ ਮੇਰੇ ਕੋਲ ਰਿਕਾਰਡ ਵੀ ਹੋ ਗਿਆ ਹੈ। ਪਰ ਅਵਨੀਤ, ਮੈਂ ਸਾਰੀ ਗੱਲ ਜਾਣਨਾ ਚਾਹੁੰਦਾ ਹਾਂ। ਰਣਵੀਰ ਨੇ ਕਿਹਾ, ਜੀ ਤੁਸੀਂ ਤਾਂ ਆਪਣੀ ਡਿਊਟੀ ਤੇ ਚਲੇ ਗਏ ਸੀ, ਵਾਪਸ ਕਿਵੇਂ ਆਏ? ਨਹੀਂ, ਤੁਸੀਂ ਗਲਤ ਸਮਝ ਰਹੇ ਹੋ। ਮੰਮੀ ਜੀ ਦੀ ਮੌਤ ਸੱਚਮੁੱਚ ਹਾਰਟ ਅਟੈਕ ਨਾਲ ਹੋਈ ਹੈ। ਅਸੀਂ ਮੰਮੀ ਜੀ ਨੂੰ ਨਹੀਂ ਮਾਰਿਆ ਅਤੇ ਅਸੀਂ ਕਿਉਂ ਮਾਰਾਂਗੇ, ਇੰਨੇ ਵੀ ਗਏ ਗੁਜਰੇ ਨਹੀਂ ਆ ਅਸੀਂ। ਅਵਨੀਤ ਨੇ ਸਫਾਈ ਦਿੰਦੇ ਹੋਏ ਚੰਗਾ ਬੰਦ ਦਾ ਨਾਟਕ ਕੀਤਾ ਤਾਂ ਰਣਵੀਰ ਨੇ ਚੀਕਦੇ ਹੋਏ ਆਖਿਆ, ਅਵਨੀਤ ਤੂੰ ਹਾਲੇ ਵੀ ਝੂਠ ਬੋਲ ਰਹੀ ਹੈ? ਲੱਗਦਾ ਹੈ ਮੰਮੀ ਦਾ ਡਰ ਖਤਮ ਹੋ ਗਿਆ। ਅਰੇ ਮੰਮੀ, ਤੁਸੀਂ ਕਿਹੋ ਜਿਹੇ ਭੂਤ ਹੋ? ਇਹ ਤੁਹਾਡੇ ਸਾਹਮਣੇ ਬੋਲਦੀ ਜਾ ਰਹੀ ਹੈ ਤੇ ਤੁਸੀਂ ਸ਼ਾਂਤ ਖੜੇ ਹੋ। ਰਣਵੀਰ ਨੇ ਹੱਸਦੇ ਹੋਏ ਕਿਹਾ ਤਾਂ ਅਵਨੀਤ ਨੇ ਹੈਰਾਨੀ ਨਾਲ ਕਿਹਾ, ਰਣਵੀਰ ਕੀ ਮੰਮੀ ਜੀ ਤੁਹਾਨੂੰ ਵੀ ਦਿਸ ਰਹੇ ਹਨ? ਇਹਨਾਂ ਨੂੰ ਕਹੋ ਕਿ ਪਲੀਜ਼ ਸਾਨੂੰ ਛੱਡ ਦੇਣ, ਸਾਨੂੰ ਜੋ ਸਜ਼ਾ ਦੇਣੀ ਹੈ ਦੇ ਦਿਓ। ਪਰ ਰਣਵੀਰ ਪਲੀਜ਼ ਮੰਮੀ ਜੀ ਦੇ ਭੂਤ ਤੋਂ ਬਚਾ ਲਓ। ਫਿਰ ਰਣਵੀਰ ਨੇ ਹੱਸਦੇ ਹੋਏ ਆਖਿਆ, ਕੀ ਆਤਮਾ ਹੁੰਦੀ ਹੈ? ਜੇਕਰ ਆਤਮਾ ਹੁੰਦੀ ਨਾ ਤਾਂ ਤੁਸੀਂ ਹੁਣ ਤੱਕ ਆਤਮਾ ਬਣ ਚੁੱਕੇ ਹੁੰਦੇ। ਇਹ ਤਾਂ ਵੀ ਸੱਚਮੁੱਚ ਦੀ ਮੰਮੀ ਹੈ ਜੋ ਮਰੀ ਜਿਉਂਦੀ ਹੈ। ਤਾਂ ਅਵਨੀਤ ਨੇ ਹੈਰਾਨ ਹੁੰਦੇ ਕਿਹਾ, ਇਹ ਸਭ ਕਿਵੇਂ ਹੋ ਸਕਦਾ? ਤੁਸੀਂ ਤਾਂ ਆਪਣੀ ਮੰਮੀ ਦਾ ਅੰਤਿਮ ਸੰਸਕਾਰ ਖੁਦ ਕੀਤਾ ਸੀ। ਰਣਵੀਰ ਨੇ ਕਿਹਾ, ਹਾਂ ਉਹ ਸਾਰਾ ਕੁਝ ਮੇਰੇ ਨਾਟਕ ਦਾ ਹਿੱਸਾ ਸੀ। ਤੁਸੀਂ ਕੀ ਸਮਝਿਆ ਕਿ ਨਾਟਕ ਕਰਨਾ ਸਿਰਫ ਤੁਹਾਨੂੰ ਦੋਹਾਂ ਨੂੰ ਹੀ ਹੁੰਦਾ ਹੈ? ਜਦੋਂ ਤੁਸੀਂ ਦੋਵੇਂ ਰੋਣ ਦਾ ਨਾਟਕ ਕਰ ਰਹੀਆਂ ਸੀ ਤਾਂ ਮੇਰੀ ਮਾਂ ਨੂੰ ਮਰਨ ਦਾ ਨਾਟਕ ਕਰਨਾ ਪਿਆ। ਤਾਂ ਅਵਨੀਤ ਨੇ ਹੈਰਾਨ ਹੋ ਕੇ ਕਿਹਾ, ਇਸ ਦਾ ਮਤਲਬ ਹੈ ਕਿ ਉਸ ਦਿਨ ਮੰਮੀ ਨੇ ਜ਼ਹਿਰ ਨਹੀਂ ਖਾਧਾ ਸੀ? ਰਣਵੀਰ ਨੇ ਦੱਸਿਆ ਕਿ ਜਦੋਂ ਤੁਸੀਂ ਦੋਵੇਂ ਉਸ ਦਿਨ ਇਸ ਡਰ ਤੋਂ ਕਿ ਮੰਮੀ ਤੁਹਾਡੇ ਬਾਰੇ ਮੈਨੂੰ ਕੁਝ ਦੱਸ ਨਾ ਦੇਵੇ ਮੰਮੀ ਦੇ ਖਾਣੇ ਵਿੱਚ ਜ਼ਹਿਰ ਮਿਲਾਉਣ ਦੀ ਯੋਜਨਾ ਬਣਾ ਰਹੀਆਂ ਸੀ ਤਾਂ ਉਸ ਸਮੇਂ ਮੰਮੀ ਨੇ ਸਭ ਕੁਝ ਸੁਣ ਲਿਆ ਅਤੇ ਮੈਨੂੰ ਫੋਨ ਤੇ ਦੱਸ ਦਿੱਤਾ। ਮੈਂ ਤਾਂ ਮੰਮੀ ਦੀ ਗੱਲ ਸੁਣ ਕੇ ਉਦੋਂ ਹੀ ਇੱਥੇ ਆ ਗਿਆ ਸੀ। ਬਸ ਸਿਰਫ ਮੰਮੀ ਦੇ ਸਾਹਮਣੇ ਤੁਹਾਡਾ ਦੋਵਾਂ ਦਾ ਨਾਟਕ ਮੈਂ ਉਦਾਂ ਹੀ ਚੱਲਦਾ ਰਹਿਣ ਦਿੱਤਾ ਤੇ ਮੰਮੀ ਨੂੰ ਮੈਂ ਇੱਕ ਅਲੱਗ ਜਗ੍ਹਾ ਲੁਕਣ ਲਈ ਕਹਿ ਦਿੱਤਾ ਸੀ। ਰਣਵੀਰ ਦੇ ਇਦਾਂ ਕਹਿਣ ਤੇ ਅਵਨੀਤ ਨੇ ਪੁੱਛਿਆ, ਤਾਂ ਫਿਰ ਉਹ ਖੂਨ ਵਾਲੀ ਤਸਵੀਰ, ਉਹ ਭਿਆਨਕ ਆਵਾਜ਼ਾਂ, ਕਦੀ ਮੰਮੀ ਜੀ ਦਾ ਸਾਡੇ ਸਾਹਮਣੇ ਆ ਜਾਣਾ ਅਤੇ ਕਦੇ ਗਾਇਬ ਹੋ ਜਾਣਾ, ਇਹ ਸਭ ਕੀ ਸੀ? ਰਣਵੀਰ ਨੇ ਕਿਹਾ, ਇਹ ਸਭ ਮੇਰੇ ਨਾਟਕ ਦਾ ਹਿੱਸਾ ਸੀ। ਮੈਂ ਚਾਹੁੰਦਾ ਸੀ ਕਿ ਤੁਹਾਨੂੰ ਦੋਵਾਂ ਨੂੰ ਮੇਰੀ ਮੰਮੀ ਦੇ ਖਾਣੇ ਵਿੱਚ ਜ਼ਹਿਰ ਮਿਲਾਉਣ ਦੇ ਜ਼ੁਲਮ ਵਿੱਚ ਮੈਂ ਤਾਂ ਹੀ ਜੇਲ੍ਹ ਭਿਜਵਾ ਸਕਦਾ ਹਾਂ ਜੇਕਰ ਤੁਸੀਂ ਆਪਣਾ ਜ਼ੁਲਮ ਆਪਣੇ ਮੂੰਹ ਕਬੂਲ ਕਰ ਲਵੋ ਅਤੇ ਮੈਂ ਤੁਹਾਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਅਵਨੀਤ ਦੀ ਮੰਮੀ ਕਹਿਣ ਲੱਗੀ, ਦੇਖ ਰਣਵੀਰ ਬੇਟਾ, ਮੇਰਾ ਘਰ ਪਰਿਵਾਰ ਹੈ, ਮੈਨੂੰ ਜਾਣ ਦਿਓ, ਮੈਨੂੰ ਮਾਫ ਕਰ ਦਿਓ। ਮੈਂ ਬਹੁਤ ਵੱਡੀ ਗਲਤੀ ਕੀਤੀ ਕਿ ਆਪਣੀ ਬੇਟੀ ਦਾ ਸਾਥ ਦਿੱਤਾ।
ਹੁਣ ਮੈਂ ਇੱਥੇ ਕਦੇ ਵੀ ਨਹੀਂ ਆਵਾਂਗੀ। ਮੈਂ ਆਪਣੀ ਬੇਟੀ ਅਵਨੀਤ ਨਾਲ ਕਦੇ ਗੱਲ ਵੀ ਨਹੀਂ ਕਰਾਂਗੀ। ਰਣਵੀਰ ਨੇ ਗੁੱਸੇ ਵਿੱਚ ਆਖਿਆ, ਮੰਮੀ ਜੀ ਹੁਣ ਤੁਹਾਨੂੰ ਬੜੀ ਜਲਦੀ ਹੈ ਜਾਣ ਦੀ, ਪਰ ਤੁਸੀਂ ਆਪਣੀ ਬੇਟੀ ਨੂੰ ਚੰਗੀ ਸਿੱਖਿਆ ਵੀ ਦੇ ਸਕਦੇ ਸੀ। ਤੁਸੀਂ ਉਸਦੇ ਗਲਤ ਵਿੱਚ ਉਸਦਾ ਸਾਥ ਦਿੱਤਾ। ਨਾ ਸਿਰਫ ਸਾਥ ਦਿੱਤਾ, ਆਪਣੀ ਬੇਟੀ ਦੀ ਸੱਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਯੋਜਨਾ ਵੀ ਬਣਾ ਲਈ। ਫਿਰ ਰਣਵੀਰ ਤਾਲੀ ਵਜਾ ਕੇ ਪੁਲਿਸ ਨੂੰ ਬੁਲਾਉਂਦਾ ਤੇ ਕਹਿੰਦਾ ਹੈ, ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਆਪਣਾ ਗੁਨਾਹ ਤਾਂ ਇਹ ਆਪਣੇ ਮੂੰਹੋਂ ਕਬੂਲ ਕਰ ਹੀ ਚੁੱਕੀਆਂ ਹਨ। ਫਿਰ ਰਣਵੀਰ ਦੀ ਮਾਂ ਅੱਗੇ ਆਈ ਤੇ ਉਸਨੇ ਕਿਹਾ, ਬਹੂ ਨਾ ਜਾਣੇ ਤੂੰ ਮੇਰੇ ਤੇ ਕਿੰਨੇ ਅਤਿਆਚਾਰ ਕੀਤੇ, ਪਰ ਫਿਰ ਵੀ ਮੈਂ ਕਦੇ ਆਪਣੇ ਬੇਟੇ ਰਣਵੀਰ ਨੂੰ ਕਦੇ ਵੀ ਤੇਰੀ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਮੈਂ ਆਪਣੇ ਬੇਟੇ ਦਾ ਘਰ ਤੋੜਨਾ ਨਹੀਂ ਚਾਹੁੰਦੀ ਸੀ। ਪਰ ਤੂੰ ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਸਮਝ ਲਿਆ। ਤੂੰ ਵੀ ਇੱਕ ਔਰਤ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਜਾ ਕੇ ਜੇਲ੍ਹ ਵਿੱਚ ਰਹੇ ਅਤੇ ਤੇਰੀ ਮਾਂ ਵੀ ਉੱਥੋਂ ਦੀ ਤਕਲੀਫ ਵਿੱਚ ਰਹੇ। ਪਰ ਜੇਕਰ ਤੈਨੂੰ ਅੱਜ ਮੈਂ ਸਜ਼ਾ ਨਾ ਦਵਾਈ ਤਾਂ ਹਰ ਇੱਕ ਬਹੂ ਆਪਣੀ ਸੱਸ ਨੂੰ ਜ਼ਹਿਰ ਦੇਣ ਤੋਂ ਪਹਿਲਾਂ ਜਰਾ ਵੀ ਨਹੀਂ ਹਿਚਕਚਾਵੇਗੀ। ਪੁਲਿਸ ਨੂੰ ਦੇਖ ਕੇ ਅਵਨੀਤ ਆਪਣੇ ਪਤੀ ਰਣਵੀਰ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਕਹਿਣ ਲੱਗੀ, ਬੇਸ਼ੱਕ ਤੁਸੀਂ ਮੈਨੂੰ ਤਲਾਕ ਦੇ ਦਿਓ, ਪਰ ਪਲੀਜ਼ ਮੈਨੂੰ ਜੇਲ੍ਹ ਨਾ ਭਿਜਵਾਓ। ਮੇਰੀ ਮੰਮੀ ਦੀ ਉਮਰ ਦਾ ਤਾਂ ਸੋਚੋ। ਇਸ ਗੱਲ ਤੇ ਰਣਵੀਰ ਨੇ ਅਵਨੀਤ ਦੇ ਇੱਕ ਜ਼ੋਰਦਾਰ ਥੱਪੜ ਲਗਾਉਂਦਾ ਹੋਇਆ ਕਿਹਾ ਕਿ ਤੂੰ ਮੇਰੀ ਮਾਂ ਦੀ ਉਮਰ ਬਾਰੇ ਸੋਚਿਆ ਸੀ ਜਦੋਂ ਉਸ ਨੂੰ ਮਾਰਨ ਦਾ ਪਲਾਨ ਬਣਾ ਰਹੀ ਸੀ। ਹੁਣ ਜਾਓ ਦੋਵੇਂ ਪੁਲਿਸ ਦੇ ਨਾਲ ਅਤੇ ਇਹ ਸਭ ਨਾਟਕ ਉੱਥੇ ਕੋਰਟ ਵਿੱਚ ਜਾ ਕੇ ਕਰਨਾ। ਹਾਲਾਂਕਿ ਉੱਥੇ ਵੀ ਤੁਹਾਡਾ ਇਹ ਨਾਟਕ ਮੇਰੇ ਸਬੂਤਾਂ ਦੇ ਅੱਗੇ ਕੰਮ ਨਹੀਂ ਆਵੇਗਾ, ਕਿਉਂਕਿ ਮੇਰੇ ਕੋਲ ਇਸ ਰਿਕਾਰਡਿੰਗ ਵਿੱਚ ਸਭ ਕੁਝ ਹੈ। ਬਾਅਦ ਵਿੱਚ ਜਦੋਂ ਰਣਵੀਰ ਨੇ ਕੋਰਟ ਵਿੱਚ ਉਹਨਾਂ ਮਾਂ ਬੇਟੀ ਦੇ ਖਿਲਾਫ ਸਾਰੇ ਸਬੂਤ ਪੇਸ਼ ਕੀਤੇ ਤਾਂ ਉਹਨਾਂ ਦੋਵਾਂ ਮਾਂ ਬੇਟੀ ਨੂੰ 5 ਸਾਲ ਦੀ ਜੇਲ੍ਹ ਹੋ ਗਈ। ਇਧਰ ਰਣਵੀਰ ਦਾ ਵਿਆਹ ਉਸਦੀ ਮੰਮੀ ਨੇ ਕਿਸੇ ਹੋਰ ਦੂਜੀ ਲੜਕੀ ਅਰਲੀਨ ਨਾਲ ਕਰ ਦਿੱਤਾ, ਜੋ ਪੂਰੇ ਘਰ ਦੀ ਦੇਖਭਾਲ ਦੇ ਨਾਲ ਬਚਨ ਕੌਰ ਦਾ ਵੀ ਪੂਰਾ ਖਿਆਲ ਰੱਖਦੀ ਸੀ। ਸੋ ਦੋਸਤੋ, ਰਣਵੀਰ ਨੇ ਆਪਣੀ ਪਤਨੀ ਅਤੇ ਉਸਦੀ ਮਾਂ ਨਾਲ ਠੀਕ ਕੀਤਾ ਜਾਂ ਗਲਤ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੇਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।